ਪੰਕਜ ਬੰਦਨ ਸੇਵਾਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵੋ ਹਿਰਦੇ ਸ਼੍ਰੀ ਗੁਰ ਰਾਮਦਾਸ ਗੁਣ ਗਾਵੋ ਸ਼੍ਰੀ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸਕ ਸ਼੍ਰੀ ਗੁਰ ਹਰਗੋਬਿੰਦ ਸ਼ੋਭ ਸਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਗੁਰ ਹਰਿ ਕ੍ਰਿਸ਼ਨ ਮਨਾਏ ਸ਼੍ਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲ ਤਾਰੋ ਤਾਰਾ ਪਾਰ ਪੁਨ 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 ਸੀਸਾ ਬੰਦੋ ਬਾਰ ਬਾਰ ਜਗਦੀਸਾ ਜਿਸਨ ਹੈ ਅੰਮ੍ਰਿਤ ਗਿਆਨ ਹੈ ਮਾਨੰਦ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਤਾਦ ਦੋਹ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜੇਨਾ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕ ਓੰਕਾਰ ਸਤਿਗੁਰੂ ਤੇਰੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਵਿਨਾਸ਼ਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਾਮ ਸੇਤ ਪਰ ਨਿਰਬਲ ਬਲੀ ਰੁਜੀ ਲੰਗਰੇ ਸਭ ਵਿਦ ਭਲੀ ਸਨੇ ਸਨੇ ਪਰ ਪਾਰ ਸੁਖਾਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਜੁਗੋ ਜੁਗ ਅਟਲ ਸ਼ਬਦ ਗੁਰੂ ਚਬਰ ਤਖਤ ਛਤਰ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ ਸਮਰੱਥ ਪ੍ਰਤੱਖ ਹਾਜ਼ਰ ਨਾਜ਼ਰ ਸਤਿਗੁਰੂ, ਵਾਲੀਏ ਦੋ ਜਹਾਂ ਹਲਤ ਪਲਤ ਦੇ ਰਖਿਅਕ, ਧੰਨ ਧੰਨ ਸਾਹਿਬ ਸਤਿਗੁਰੂ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਐਸੇ ਦੀਨ ਦਿਆਲ ਪਰ ਉਪਕਾਰੀ ਸਤਿਗੁਰੂ ਪਾਤਸ਼ਾਹ ਜੀ ਦੀ ਅਪਰੇ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ, ਸ਼੍ਰੀ ਦਸ਼ਮੇਸ਼ ਪਿਤਾ ਜੀ, ਸ਼੍ਰੀ ਕਲਗੀਧਰ ਜੀ, ਪੰਥ ਵਾਲੀ ਅੰਮ੍ਰਿਤ ਦੇ ਦਾਤੇ ਸਤਿਗੁਰੂ, ਸਾਹਿਬੇ ਕਮਾਲ ਬਾਦਸ਼ਾਹ ਦਰਵੇਸ਼, ਅਰਸ਼ਾਂ ਫਰਸ਼ਾਂ ਦੇ ਮਾਲਕ, ਨੀਲੇ ਦੇ ਸ਼ਾਹੇ ਅਸਵਾਰ, ਦੇਗ ਤੇਗ ਦੇ ਧਨੀ ਮਰਦ ਅਗੰਮੜੇ, ਧੰਨ 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 ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਇਤਿਹਾਸਕ ਮੁਕੱਦਸ ਅਸਥਾਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਹਾਜ਼ਰੀਆਂ ਭਰ ਰਹੇ ਯਾਤਰਾ ਕਰਦਿਆਂ ਸਤਿਗੁਰੂ ਪਾਤਸ਼ਾਹ ਜੀ ਦੀ ਮਹਾਨ ਗੁਰਸੰਗਤ ਪੰਗਤ ਦਾ ਲਾਹਾ ਲੈ ਰਹੇ ਗੁਰੂ ਸਵਾਰੇ, ਗੁਰੂ ਪਾਤਸ਼ਾਹ ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਸਦਕਾ ਗੁਰੂ ਬਖਸ਼ੇ ਉਦਮ ਉਪਰਾਲੇ ਦੁਆਰਾ ਆਪ ਜੀ ਨੇ ਸਾਹਿਬਾਂ ਜੀ ਦੇ ਮਹਾਨ ਪਾਵਨ ਅਸਥਾਨ ਤੇ ਨਤਮਸਤਕ ਹੁੰਦਿਆਂ ਸਤਿਗੁਰੂ ਜੀ ਦੇ ਦਰਸ਼ਨ ਪਰਸਨ ਕਰਦਿਆਂ ਸਾਹਿਬਾਂ ਦੇ ਕੋਲ ਬੈਠ ਕੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ, ਸਮੇਂ ਸਵਾਸਾਂ ਨੂੰ ਸਫਲਿਆ ਕੀਤਾ ਹੈ। ਸਾਹਿਬਾਂ ਜੀ ਦੇ ਮਹਾਨ ਪਾਵਨ ਅਸਥਾਨ ਤੇ ਲੜੀਵਾਰ ਗੁਰੂ ਇਤਿਹਾਸ ਦੀ, ਸਤਿਗੁਰੂ ਪਾਤਸ਼ਾਹ ਦੇ ਜੀਵਨ ਬਿਰਤਾਂਤ ਦੀ ਵਿਚਾਰ ਚੱਲ ਰਹੀ ਹੈ। ਦੀਨ ਦੁਨੀ ਦੇ ਮਾਲਕ ਪੰਚਮ ਪਾਤਸ਼ਾਹ ਗੁਰਦੇਵ, ਧੰਨ 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 ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਪਾਵਨ ਧਰਤੀ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਦੂਰ ਦੁਰਾਡੇ ਤੋਂ ਚੱਲ ਕਰਕੇ ਆਏ ਹੋਏ ਜਗਿਆਸੂਆਂ ਨੂੰ, ਪ੍ਰੇਮੀਆਂ ਨੂੰ, ਗੁਰਸਿੱਖਾਂ ਨੂੰ ਨਾਮ ਬਾਣੀ ਦਾ ਉਪਦੇਸ਼ ਬਖਸ਼ਿਸ਼ ਕਰਕੇ ਕਲਿਆਣ ਕਰ ਰਹੇ ਹਨ। ਗੁਰਸਿੱਖਾਂ ਪ੍ਰੇਮੀਆਂ ਦੇ ਮਨਾਂ ਅੰਦਰ ਜਿਸ ਵੀ ਕਿਸੇ ਤਰ੍ਹਾਂ ਦਾ ਕੋਈ ਸਵਾਲ, ਕੋਈ ਸ਼ੰਕਾ, ਕੋਈ ਸੰਦੇਹ ਭਰਮ ਹੁੰਦਾ ਹੈ, ਸਤਿਗੁਰੂ ਜੀ ਦੇ ਹਜ਼ੂਰ ਬੇਨਤੀ ਕਰਕੇ ਪੁੱਛ ਲੈਂਦੇ ਹਨ, ਮਹਾਰਾਜ ਜੀ ਆਹ ਗੱਲ ਕਿਵੇਂ ਹੈ, ਜਾਂ ਸਾਨੂੰ ਕਿਸੇ ਨੇ ਕੋਈ ਸਵਾਲ ਪੁੱਛਿਆ, ਸਾਨੂੰ ਤਾਂ ਨਹੀਂ ਪਤਾ, ਤੁਸੀਂ ਕਿਰਪਾ ਕਰਕੇ ਸਾਨੂੰ ਦੱਸੋ, ਅਸੀਂ ਅੱਗੇ ਵਾਸਤੇ ਕਿਸੇ ਨੂੰ ਦੱਸ ਸਕੀਏ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਹਨਾਂ ਗੁਰਸਿੱਖਾਂ ਦੀ ਭਾਵਨਾ ਦੀ ਕਦਰ ਕਰਦੇ ਹੋਏ, ਉਹਨਾਂ ਦਾ ਜਗਿਆਸਾ ਭਾਵ ਇਹ ਕਰਕੇ ਉਹਨਾਂ ਨੂੰ ਉਪਦੇਸ਼ ਦੇ ਕਰਕੇ ਨਿਹਾਲ ਕਰਦੇ ਨੇ। ਇਸੇ ਸਮੇਂ ਦੌਰਾਨ ਕੁਝ ਪ੍ਰੇਮੀ ਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਪਰਮੇਸ਼ਰ ਅਕਾਲ ਪੁਰਖ ਦਾ ਸਰੂਪ ਹਨ। ਉਹਨਾਂ ਨੇ ਆਪਣੇ ਗੁਰਸਿੱਖਾਂ ਨੂੰ, ਪਿਆਰਿਆਂ ਪ੍ਰੇਮੀਆਂ ਨੂੰ ਨਿਰਗੁਣ ਦੀ ਉਪਾਸਨਾ ਕਰਨ ਵਾਸਤੇ ਜਾਂ ਸਰਗੁਣ ਦੀ ਉਪਾਸਨਾ ਕਰਨ ਵਾਸਤੇ ਹੁਕਮ ਕੀਤਾ, ਆਗਿਆ ਕੀਤੀ ਹੈ। ਸੋ ਸਾਨੂੰ ਕਿਸ ਦੀ ਉਪਾਸਨਾ ਕਰਨੀ ਚਾਹੀਦੀ ਹੈ? ਤਾਂ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਗੁਰਸਿੱਖਾਂ ਦੀ ਇਹ ਬੇਨਤੀ ਸਰਵਣ ਕੀਤੀ ਹੈ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਰਗੁਣ ਦੀ ਪੂਜਾ ਦੱਸੀ ਹੈ ਗੁਰਮਤਿ ਵਿੱਚ, ਜਾਂ ਨਿਰਗੁਣ ਦੀ ਦੱਸੀ ਹੈ। ਉਹਨਾਂ ਆਪਣਾ ਨਿਸ਼ਚਾ
ਵਿਸ਼ਵਾਸ ਕਿਵੇਂ ਸੰਗਤਾਂ ਵਿੱਚ ਪ੍ਰਗਟ ਕੀਤਾ। ਬਹੁਤ ਸਾਰੇ ਸਿੱਖਾਂ ਨੂੰ ਉਹਨਾਂ ਨੇ ਆਤਮ ਮਾਰਗ ਦਾ ਰਸਤਾ ਦੱਸਿਆ, ਆਤਮ ਮਾਰਗ ਦੇ ਪਾਂਧੀ ਬਣਾਇਆ। ਬਹੁਤ ਸਿੱਖਣ ਕੋ ਪੰਥ ਬਤਾਇਓ। ਪੰਚਮ ਪਾਤਸ਼ਾਹ ਗੁਰਦੇਵ ਸੁਣ ਕੇ ਇਹਨਾਂ ਸਿੱਖਾਂ ਦੀ ਇਹ ਬੇਨਤੀ, ਸਾਹਿਬ ਕਹਿਣ ਲੱਗੇ, ਗੁਰਸਿੱਖ ਪਿਆਰਿਓ, ਤੁਹਾਡਾ ਐਸਾ ਸ਼ੱਕ ਭਰਮ ਉਠਾਉਣਾ ਬਿਲਕੁਲ ਨਿਸਫਲ ਹੈ। ਇਹਦਾ ਕੋਈ ਅਰਥ ਨਹੀਂ ਹੈ ਜਿਹੜਾ ਤੁਸੀਂ ਸਾਡੇ ਕੋਲੋਂ ਪੁੱਛਿਆ ਹੈ ਕਿ ਗੁਰੂ ਸਾਹਿਬ ਨੇ ਨਿਰਗੁਣ ਦੀ ਪੂਜਾ ਦੱਸੀ ਹੈ ਕਿ ਜਾਂ ਸਰਗੁਣ ਦੀ ਦੱਸੀ ਹੈ। ਐਸਾ ਸੋਚਣਾ, ਐਸਾ ਭਰਮ ਉਠਾਉਣਾ ਹੀ ਗਲਤ ਹੈ। ਗੁਰੂ ਘਰ ਦੇ ਅੰਦਰ ਨਿਰਗੁਣ ਸਰਗੁਣ ਤਉ ਦੋਇ ਕਹੀਏ, ਜੋ ਇਨ ਵਿਖੇ ਭੇਦ ਕੁਛ ਲਹੀਏ। ਨਿਰਗੁਣ ਤੇ ਸਰਗੁਣ ਤਾਂ ਦੋ ਕਹੇ ਜਾਣ, ਜੇਕਰ ਉਹਨਾਂ ਵਿੱਚ ਕੋਈ ਫਰਕ ਹੋਵੇ, ਕੋਈ ਵਖਰੇਵਾ ਹੋਵੇ। ਫਿਰ ਸਾਹਿਬਾਂ ਨੇ ਧੁਰਕੀ ਬਾਣੀ ਦਾ ਸ਼ਬਦ ਵਚਨ ਉਚਾਰਨ ਕਰਕੇ ਨਿਰਗੁਣ ਤੇ ਸਰਗੁਣ ਦੀ ਜੋ ਅਭੇਦਤਾ ਹੈ ਉਹ ਵਰਣਨ ਕੀਤੀ। ਪੰਜ ਪ੍ਰਕਾਰ ਦੀ ਪਰਮੇਸ਼ਰ ਦੀ ਆਪਣੀ ਜੋ ਅਵਸਥਾ ਹੈ, ਸਰਗੁਣ ਮਾਇਆ ਦੇ ਤਿੰਨਾਂ ਗੁਣਾਂ ਦੇ ਸਹਿਜ, ਰਜੋ ਤਮੋ ਤੇ ਸਤੋ। ਨਿਰਗੁਣ ਮਾਇਆ ਦੇ ਤਿੰਨਾਂ ਗੁਣਾਂ ਤੋਂ ਰਹਿਤ ਦੂਜੀ ਅਵਸਥਾ। ਤੀਜੀ ਅਵਸਥਾ ਨਿਰਾਕਾਰ ਵਾਲੀ, ਜਿੱਥੇ ਕੋਈ ਆਕਾਰ, ਕੋਈ ਸ਼ਕਲ, ਕੋਈ ਢਾਂਚਾ ਨਹੀਂ ਹੁੰਦਾ, ਜਦੋਂ ਬਿਲਕੁਲ ਨਿਰਾਕਾਰ ਅਵਸਥਾ ਵਿੱਚ ਰਹਿੰਦਾ ਹੈ। ਚੌਥੀ ਅਵਸਥਾ ਹੈ ਸੁੰਨ ਅਵਸਥਾ, ਜਿੱਥੇ ਬਿਲਕੁਲ ਸੁਨਸਾਨ ਹੁੰਦੀ, ਅੰਤਰ ਸੁੰਨੰ ਬਾਹਰ ਸੁੰਨ, ਤ੍ਰਿਪਵ ਸੁੰਨਮ ਸੁੰਨੰ। ਚੌਥਾ ਸੁੰਨੈ ਜੋ ਨਰ ਜਾਣੇ, ਤਾ ਕੋ ਪਾਪ ਨ ਪੁੰਨ। ਪੰਜਵੀਂ ਅਵਸਥਾ ਹੈ ਸਮਾਧੀ ਵਾਲੀ, ਜਿੱਥੇ ਸੰਕਲਪ ਵੀ ਪੈਦਾ ਹੁੰਦਾ ਹੈ ਔਰ ਨਿਰਵਿਕਲਪ ਵੀ ਸਮਾਧੀ ਵਿੱਚ ਸਥਿਤ ਹੁੰਦਾ ਹੈ। ਉਹਦੀ ਆਪਣੀ ਮਰਜ਼ੀ ਹੈ ਕਿ ਉਸਨੇ ਨਿਰਵਿਕਲਪ ਸਮਾਧੀ ਵਿੱਚ ਰਹਿਣਾ ਹੈ ਜਾਂ ਸੰਕਲਪ ਸਮਾਧੀ ਵਿੱਚ ਟਿਕ ਕਰਕੇ ਕੋਈ ਸੰਸਾਰ ਦੀ ਨਵੀਂ ਉਤਪੱਤੀ, ਕੋਈ ਸਿਰਜਣਾ ਬਾਰੇ ਕੋਈ ਸੰਕਲਪ, ਕੋਈ ਫੁਰਨਾ ਉਠਾਉਣਾ ਹੈ। ਇਹ ਤਾਂ ਉਹਦੀ ਮਰਜ਼ੀ ਹੈ। ਸੋ ਇਹ ਆਪ ਹੀ ਹੈ ਸਭ ਕੁਛ ਪਰਮੇਸ਼ਰ ਜੀ। ਉਸਨੇ ਆਪ ਹੀ ਜਗਤ ਨੂੰ, ਜੀਵਾਂ ਨੂੰ ਪੈਦਾ ਕੀਤਾ ਹੈ। ਆਪ ਹੀ ਉਹਨਾਂ ਜੀਵਾਂ ਦੇ ਵਿੱਚ ਵਰਤਦਾ ਹੋਇਆ ਜਾਪ ਜਪਦਾ, ਆਪਣਾ ਹੀ ਜਾਪ ਜਪ ਰਿਹਾ ਹੈ। ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਆਪਣਾ ਹੀ ਜਗਤ ਰਚਿਆ, ਜੀਵ ਪੈਦਾ ਕੀਤੇ ਤੇ ਸਾਰੇ ਜੀਵ ਉਹਦਾ ਆਪਣਾ ਹੀ ਜਾਪ ਜਪ ਰਹੇ ਨੇ। ਉਹ ਆਪ ਹੀ ਆਪਣਾ ਹੀ ਜਾਪ ਜਪਦਾ ਹੈ। ਸੋ ਗੁਰਸਿੱਖਾਂ ਦੇ ਤਾਂ ਹੀ ਇਸ ਬਚਨ ਦੀ ਵਿਆਖਿਆ ਸਾਹਿਬਾਂ ਨੇ ਖੋਲ੍ਹ ਕਰਕੇ ਕੀਤੀ। ਇੱਕ ਦ੍ਰਿਸ਼ਟਾਂਤ ਦਿੱਤਾ ਇੱਕ ਰਾਜੇ ਦਾ, ਕਿ ਰਾਜਾ ਸੋਹਣੇ ਸ਼ਸਤਰ ਬਸਤਰ ਪਹਿਨ ਕੇ ਸੱਜ ਧੱਜ ਕੇ ਸਿੰਘਾਸਨ ਤੇ ਬੈਠ ਜਾਏ, ਦਰਬਾਰ ਸਭਾ ਲਾ ਕੇ। ਉਹੀ ਰਾਜਾ ਲੀੜੇ ਕੱਪੜੇ ਬਸਤਰ ਉਤਾਰ ਕੇ ਸੇਜਾਂ ਤੇ ਪੈ ਜਾਏ। ਰਾਜਾ ਤੇ ਕੋਈ ਹੈ ਨਾ, ਤੇ ਕੋਈ ਫਰਿਆਦੀ ਆਵੇ, ਰਾਜਾ ਸਭਾ ਵਿੱਚ ਹੋਵੇ, ਉਹਦੀ ਵੀ ਫਰਿਆਦ ਸੁਣ ਲੈਂਦਾ। ਆਪਣੀ ਸੇਜਾਂ ਤੋਂ ਹੋਵੇ, ਉੱਥੇ ਵੀ ਉਹਦੇ ਪਾਸ ਆਵਾਜ਼ ਪਹੁੰਚ ਜਾਂਦੀ ਹੈ। ਜਦੋਂ ਮਹਿਲਾਂ ਵਿੱਚ ਹੋਵੇ, ਉਹ ਦੋਵਾਂ ਥਾਵਾਂ ਤੋਂ ਸਹਾਇਤਾ ਕਰ ਸਕਦਾ ਹੈ। ਸੋਹਣੇ ਸੱਜੇ ਧੱਜੇ ਰਾਜੇ ਵਾਲੇ ਰੂਪ ਵਿੱਚ ਵੀ ਤੇ ਰਾਜੇ ਤੋਂ ਰਹਿਤ ਰੂਪ ਵਿੱਚ ਵੀ। ਇੱਕ ਦ੍ਰਿਸ਼ਟਾਂਤ ਸਾਹਿਬਾਂ ਸਮਝਾਇਆ। ਇਸੇ ਤਰ੍ਹਾਂ ਪਰਮਾਤਮਾ ਨੂੰ ਜਦੋਂ ਕੋਈ ਯਾਦ ਕਰਦਾ ਹੈ, ਨਿਰਗੁਣ ਸਰੂਪ ਵਿੱਚ ਵੀ ਤੇ ਸਰਗੁਣ ਸਰੂਪ ਵਿੱਚ ਵੀ, ਦੋਵਾਂ ਤਰ੍ਹਾਂ ਹੀ ਉਹ ਸਹਾਇਤਾ ਕਰ ਦਿੰਦਾ ਹੈ। ਸਰਗੁਣ ਸਰੂਪ ਦੇ ਵਿੱਚ ਸਤਿਗੁਰੂ ਸਰੂਪ ਹੋ ਕੇ ਪ੍ਰਗਟ ਹੁੰਦਾ ਹੈ। ਉਸ ਸਰੂਪ ਨੂੰ ਕੋਈ ਯਾਦ ਕਰੇ, ਚੇਤੇ ਕਰੇ ਤੇ ਸਤਿਗੁਰੂ ਦੇ ਸਰੂਪ ਵਿੱਚ ਸਹਾਇਤਾ ਕਰਦਾ ਹੈ। ਨਿਰਗੁਣ ਸਰੂਪ ਦੇ ਵਿੱਚ ਵੀ ਕੋਈ ਯਾਦ ਕਰਦਾ ਹੈ। ਮਹਾਂਪੁਰਖ ਬਾਬਾ ਕਬੀਰ ਸਿੰਘ ਜੀ ਵਰਗਾ ਪਾਣੀ ਦੇ ਉੱਪਰ ਮਿਰਗਸ਼ਾਲਾ ਵਿਛ ਜਾਂਦੀ ਹੈ। ਸੋ ਸਾਰੇ ਉਹਦੇ ਹੀ ਆਪਣੇ ਹੀ ਕੌਤਕ ਹਨ। ਸੋ ਇਹ ਦ੍ਰਿਸ਼ਟਾਂਤ ਦੇ ਕੇ ਸਾਹਿਬਾਂ ਸਮਝਾਇਆ, ਨਿਰਗੁਣ ਤੇ ਸਰਗੁਣ ਤੋਂ ਉੱਪਰ ਵੀ ਨਾਮ ਦਾ ਜਪ ਹੈ, ਸਿਮਰਨ ਹੈ। ਸੋ ਇਸ ਵਾਸਤੇ ਪ੍ਰੇਮੀਓ, ਤੁਸੀਂ ਸਿਮਰਨ ਕਰੋ, ਨਾਮ ਦਾ ਆਰਾਧਨ ਕਰੋ, ਨਾਮ ਦਾ ਜਪ ਕਰੋ, ਨਾਮ ਦੁਆਰਾ ਉਸ ਦਾ ਆਵਾਹਨ ਕਰੋ, ਉਸ ਨੂੰ ਬੁਲਾਓ। ਉਹ ਹਰ ਸਮੇਂ ਹਰ ਵਕਤ ਸਹਾਇਤਾ ਕਰਨ ਦੀ ਸਮਰੱਥਾ ਰੱਖਦਾ ਹੈ। ਫਿਰ ਸਵਾਲ ਪੈਦਾ ਹੋਇਆ,
ਸ਼੍ਰੀ ਰਾਮਚੰਦਰ ਜੀ ਦਾ ਦ੍ਰਿਸ਼ਟਾਂਤ ਦੇ ਕੇ ਸਮਝਾਇਆ ਕਿ ਉਹਨਾਂ ਨੇ ਆਪਣੇ ਆਪ ਤੋਂ ਨਾਮ ਨੂੰ ਜ਼ਿਆਦਾ ਮਹੱਤਵ ਦਰਸਾਇਆ। ਪੱਥਰਾਂ ਦੇ ਉੱਪਰ ਨਾਮ ਲਿਖ ਕਰਕੇ ਗੁਰਮੁਖ ਸਾਇਰ ਬਾਹਨ ਤਾਰੇ, ਪੱਥਰ ਤਾਰ ਦਿੱਤੇ, ਨਾਮ ਦੀ ਵਡਿਆਈ ਪ੍ਰਗਟ ਕੀਤੀ। ਤੇ ਸਿੱਖਾਂ ਕਿਹਾ ਜੀ ਹਨੂਮਾਨ ਤੇ ਇਸ ਤਰ੍ਹਾਂ ਕੁੱਦ ਕੇ ਚਲੇ ਗਿਆ ਸੀ। ਤੇ ਸਾਹਿਬਾਂ ਦੱਸਿਆ ਕਿ ਕੋਈ ਵਿਰਲੇ ਵਿਰਲੇ ਗੁਰਮੁਖ ਐਸੇ ਹੁੰਦੇ ਨੇ ਆਤਮ ਸਤਿਆ ਵਾਲੇ, ਜਿਹੜੇ ਸਿੱਧੇ ਸੰਸਾਰ ਤੋਂ ਪਾਰ ਹੋ ਜਾਂਦੇ ਨੇ। ਨਹੀਂ ਤਾਂ ਫਿਰ ਪੁੱਲ, ਨਾਮ ਇੱਕ ਪੁੱਲ ਹੈ, ਜਿਸ ਨਾਮ ਦੇ ਪੁੱਲ ਤੇ ਤੁਰ ਕਰਕੇ ਥੋੜੀ ਤੋਂ ਥੋੜੀ ਕਮਾਈ ਕਰਨ ਵਾਲਾ, ਥੋੜਾ ਰਾਤੋਂ ਥੋੜਾ ਜਪ ਕਰਨ ਵਾਲਾ ਅਖੀਰ ਦਿਨ ਇੱਕ ਦਿਨ ਆਪਣੇ ਪੜਾਅ ਮੰਜ਼ਿਲ ਤੇ ਪਹੁੰਚ ਜਾਂਦਾ ਹੈ। ਇਸ ਵਾਸਤੇ ਸਿੱਖੋ, ਨਾਮ ਦਾ ਜਪ, ਨਾਮ ਦਾ ਅਰਾਧਨ, ਨਾਮ ਦਾ ਧਿਆਨ ਕਦੀ ਨਹੀਂ ਛੱਡਣਾ। ਸੋ ਐਸੀ ਸਿੱਖਿਆ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਿੱਖਾਂ ਨੂੰ ਦ੍ਰਿੜ ਕਰਵਾਈ ਹੈ। ਨਾਮ ਦੇ ਪੁੱਲ ਬਾਰੇ ਗੁਰੂ ਸਾਹਿਬ ਜੀ ਜਿਵੇਂ ਕਿਰਪਾ ਕਰਕੇ ਸਮਝਾ ਰਹੇ ਨੇ, ਅੱਗੇ ਹੋਰ ਗੁਰਸਿੱਖ ਪਿਆਰੇ ਆਏ। ਸੋ ਜਿਵੇਂ ਸਭਨਾਂ ਦੇ ਭਲੇ ਵਾਸਤੇ ਸਾਹਿਬਾਂ ਨੇ ਕਲਿਆਣਕਾਰੀ ਉਪਦੇਸ਼ ਬਚਨ ਸਮਝਾਏ, ਜਿਵੇਂ ਇਹ ਗੁਰੂ ਕਾ ਪਾਵਨ ਇਤਿਹਾਸ ਮਹਾਕਵੀ ਕਵੀ ਰਾਜ ਗਿਆਨੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਸਾਨੂੰ ਸੁਣਾ ਰਹੇ ਨੇ। ਸ਼ਰਧਾ ਭਾਵਨਾ ਦੇ ਸਹਿਤ ਸਰਵਨ ਕਰੀਏ ਜੀ। ਨਾਮ ਸੇਤ ਪਰ ਨਿਰਬਲ ਬਲੀ, ਰੁਜੀ ਲੰਗਰੇ ਸਭ ਵਿਦ ਭਲੀ। ਪੰਚਮ ਗੁਰਦੇਵ ਦੱਸਣ ਲੱਗੇ ਪ੍ਰੇਮੀ ਜਨੋ, ਜਿਹੜਾ ਨਾਮ ਦਾ ਸੇਤ ਪੁੱਲ ਹੈ ਨਾ, ਇਸ ਦੇ ਉੱਪਰ ਨਿਰਬਲ ਕਮਜ਼ੋਰ ਤੋਂ ਕਮਜ਼ੋਰ ਵੀ, ਬਲੀ ਤੋਂ ਬਲੀ ਵੀ, ਤਾਕਤਵਰ ਵੀ, ਰੁਜੀ ਹੁੰਦਾ ਬਿਮਾਰ, ਰੋਗ ਦਾ ਗਰਸਿਆ ਹੋਇਆ, ਲੰਗਰੇ ਜਿਹੜੇ ਇੱਕ ਲੱਤੋਂ ਆਰੀ ਹਨ, ਜਿਨ੍ਹਾਂ ਦੀ ਇੱਕ ਲੱਤ ਕੰਮ ਨਹੀਂ ਕਰਦੀ, ਸੋ ਸਭ ਵਿਦ ਭਲੀ, ਸਾਰੀ ਤਰ੍ਹਾਂ ਨਾਲ ਭਲੀ ਪ੍ਰਕਾਰ। ਸਨੇ ਸਨੇ ਪਰ ਪਾਰ ਸੁਖਾਰੇ, ਬਿਨਾ ਜਤਨ ਆਨੰਦ ਉਰ ਧਾਰੇ। ਨਾਮ ਦੇ ਪੁੱਲ ਦੇ ਉੱਪਰ ਤੁਰਦਿਆਂ ਹੋਇਆ ਸਣੇ ਸਣੇ ਸਹਿਜੇ ਸਹਿਜੇ ਪਾਰ ਪੈ ਕੇ ਉਸ ਪੁੱਲ ਤੇ ਚੱਲ ਕੇ ਪਾਰ ਸੁਖਾਰੇ, ਸੌਖਿਆਂ ਹੀ ਪਾਰ ਹੋ ਜਾਂਦੇ ਜਿਹੜੇ ਨਾਮ ਦੇ ਪੁੱਲ ਦੇ ਉੱਪਰ ਤੁਰਨਾ ਸ਼ੁਰੂ ਕਰ ਦਿੰਦੇ ਨੇ। ਬਿਨਾਂ ਯਤਨ, ਬਿਨਾਂ ਕਿਸੇ ਹੋਰ ਯਤਨ ਤੋਂ, ਯਤਨ ਬੜੇ ਨੇ। ਉਹ ਮਾਘ ਦੇ ਦਿਨਾਂ ਦੇ ਵਿੱਚ ਜਲ ਧਾਰੇ ਕਰਨੇ, ਉਸ ਪਾਣੀ 'ਚ ਖਲੋਣਾ ਜਿਹਦੇ ਨਾਲ ਸਰੀਰ ਹੀ ਸੁੰਨ ਹੋ ਜਾਏ। ਜੇਠ ਹਾੜ ਦੇ ਦਿਨਾਂ 'ਚ ਧੂਣੇ ਤੌਣੇ, ਚਾਰ ਧੂਣੇ ਪਾਸੇ ਆਸੇ, ਇੱਕ ਪੰਜਵੀਂ ਸੂਰਜ ਦੀ ਸਿੱਧੀ ਧੁੱਪ। ਇਹ ਬੜੇ ਯਤਨ ਨੇ ਸੰਸਾਰ ਅੰਦਰ। ਉਹਨਾਂ ਗੁਰਮੁਖਾਂ ਨੂੰ ਇਹ ਯਤਨ ਨਹੀਂ ਕਰਨੇ ਪੈਂਦੇ। ਬਿਨਾਂ ਯਤਨ ਆਨੰਦ ਉਰ ਧਾਰੇ, ਬਿਨਾਂ ਹੋਰ ਕਿਸੇ ਸਰੀਰ ਨੂੰ ਦੁੱਖ ਕਲੇਸ਼ ਪਹੁੰਚਾਉਣ ਵਾਲੇ ਯਤਨ ਤੋਂ ਹਿਰਦੇ 'ਚ ਆਨੰਦ ਧਾਰਨ ਕਰਦੇ ਨੇ। ਭਾਵ ਨਾਮ ਜਪ ਦੁਆਰਾ ਉਹਨਾਂ ਨੂੰ ਸਾਰੀਆਂ ਅਵਸਥਾਵਾਂ ਪ੍ਰਾਪਤ ਹੋ ਜਾਂਦੀਆਂ ਨੇ। ਤੇ ਫਿਰ ਨਾਨਕ ਭਗਤਾਂ ਸਦਾ ਵਿਗਾਸ ਉਸ ਆਨੰਦ ਖੇੜੇ ਨੂੰ ਹਿਰਦੇ 'ਚ ਵਸਾਉਂਦੇ ਹਨ। ਨਿਰਸ ਵਿਸ਼ੈ ਸਭ ਤੇ ਮਨ ਹੋਏ, ਬ੍ਰਹਮ ਗਿਆਨ ਅਭਿਆਸੀ ਕੋਏ। ਹਾਂ, ਜਿਹੜੀ ਤੁਸੀਂ ਹਨੂਮਾਨ ਜੀ ਵਾਲੀ ਗੱਲ ਕੀਤੀ ਕਿ ਉਹ ਤਾਂ ਛਾਲ ਮਾਰ ਕੇ ਜੀ ਸਾਗਰ ਤਾਂ ਟੱਪ ਗਿਆ ਸੀ, ਲੰਘ ਗਿਆ ਸੀ। ਸਾਹਿਬ ਜੀ ਦੱਸਣ ਲੱਗੇ ਪ੍ਰੇਮੀਓ, ਨਿਰਾਸ ਵਿਸ਼ੇ ਸਭ ਤੇ ਮਨ ਹੋਏ। ਰਾਸ ਨਿਰਾਸ, ਨਿਰਾਸ ਹੁੰਦਾ ਹੈ ਰਾਸ ਤੋਂ ਰਹਿਤ ਹੋ ਜਾਣਾ, ਰਸਾਂ ਤੋਂ ਉੱਪਰ ਉੱਠ ਜਾਣਾ। ਰਾਰਾ ਰਸ ਨਿਰਾਸ ਕਰ ਜਾਂਦੇ ਆ, ਹੋਏ ਨਿਰਾਸ ਸੋ ਰਸ ਪਹਿ ਜਾਂਦੇ ਆ। ਸਤਿਗੁਰੂ ਪਾਤਸ਼ਾਹ ਦੱਸਣ ਲੱਗੇ ਕਿ ਜਿਹੜੇ ਵਿਸ਼ੇ ਵਿਕਾਰ ਨੇ ਨਾ, ਸਾਰਿਆਂ ਤੋਂ ਕੋਈ ਨਿਰਾਸ ਹੋ ਜਾਵੇ, ਰਸਾਂ ਤੋਂ ਰਹਿਤ ਹੋ ਜੇ, ਨਿਰਲੇਪ ਹੋ ਜਾਏ, ਜਿਹਦਾ ਮਨ ਵਿਸ਼ਿਆਂ ਵਿੱਚ ਨਾ ਫਸੇ, ਇਹੋ ਜਿਹਾ ਬ੍ਰਹਮ ਗਿਆਨੀ ਅਭਿਆਸੀ ਕੋਈ ਵਿਰਲਾ ਹੁੰਦਾ, ਟਾਵਾ ਹੁੰਦਾ ਹੈ। ਇਹਦਾ ਮਤਲਬ ਇਹ ਨਹੀਂ ਕਿ ਹੁੰਦਾ ਹੀ ਕੋਈ ਨਹੀਂ, ਹੁੰਦੇ ਜ਼ਰੂਰ ਹਨ। ਜਗ ਮੇ ਉਤਮ ਕਾਢੀਏ ਬਿਰਲੇ ਕਈ। ਸੋ ਕੋਟ ਮੱਧੇ ਕੋਈ ਵਿਰਲਾ ਸੇਵਕ, ਹੋਰ ਸਗਲੇ ਵਿਵਹਾਰੀ ਹੈਨ ਵਿਰਲੇ ਨਾਹੀ ਘਨੇ, ਫੈਲ ਫਕੜ ਸੰਸਾਰ। ਹੁੰਦੇ ਜ਼ਰੂਰ ਹਨ, ਨਾ ਹੁੰਦੇ ਤੇ ਸ੍ਰਿਸ਼ਟੀ, ਇਹ ਧਰਤੀ, ਇਹ ਚੰਦ ਸਿਤਾਰੇ ਕਦੀ ਨਾ ਰਹਿ ਸਕਦੇ। ਸੋ ਨਾਮ ਜਪਣ ਵਾਲਿਆਂ ਨੂੰ ਸਦਾ ਹੀ ਇਸ ਧਰਤੀ ਦੇ ਮਾਲਕ ਨੂੰ ਰੱਖਣਾ ਪੈਂਦਾ ਹੈ। ਪਰਮੇਸ਼ਰ ਦੀ ਵੀ ਮਜਬੂਰੀ ਹੈ, ਕਿਉਂਕਿ ਉਹਨਾਂ ਨਾਮ ਜਪਣ ਵਾਲਿਆਂ ਕਰਕੇ, ਧਰਮੀਆਂ ਕਰਕੇ ਹੀ ਇਹ ਸਾਰੀ ਸ੍ਰਿਸ਼ਟੀ ਚੱਲਦੀ ਹੈ।
ਇਹੋ ਜਿਹਾ ਗੁਰਮੁਖ ਪਿਆਰ ਹੈ ਕਿ ਕਿਸੇ ਇਲਾਕੇ ਵਿੱਚ ਹੋਵੇ ਤੇ ਗੁਰੂ ਕੀ ਬਾਣੀ ਕਹਿੰਦੀ ਹੈ ਕਿ ਦੇਹੀ ਕਿਸ ਕੀ ਬਾਪਰੀ ਪਵਿੱਤਰ ਹੋਏ ਕੋ ਗ੍ਰਾਮ, ਸਾਰਾ ਨਗਰ ਹੀ ਪਵਿੱਤਰ ਹੋ ਜਾਂਦਾ। ਉਹਦੇ ਨਾਮ ਜਪ ਦੁਆਰਾ ਉਹਦੇ ਓਰੇ ਦੀਆਂ ਤਰੰਗਾਂ ਇੰਨੀਆਂ ਵਿਸ਼ਾਲ ਹੋ ਜਾਂਦੀਆਂ ਹਨ ਕਿ ਉਸ ਦਾ ਬਲਵਾਨ ਓਰਾ ਜਿਹੜਾ ਸਾਰਿਆਂ ਨੂੰ ਪਾਪੀਆਂ ਨੂੰ ਵੀ ਪਵਿੱਤਰ ਕਰਨ ਦੀ ਸਮਰੱਥਾ ਸ਼ਕਤੀ ਰੱਖਦਾ ਹੈ। ਸੋ ਵਿਸ਼ਿਆਂ ਦੇ ਵੱਲੋਂ ਜਿਹਦਾ ਮਨ ਨਿਰਾਸ਼ ਹੋ ਜਾਏ, ਨਿਰਾਸ਼ ਹੋ ਜਾਵੇ, ਨਿਰਲੇਪ ਹੋ ਜਾਏ, ਇਹੋ ਜਿਹਾ ਬ੍ਰਹਮ ਗਿਆਨੀ ਅਭਿਆਸੀ ਕੋਈ ਵਿਰਲਾ ਹੁੰਦਾ ਹੈ। ਜਾਂ ਤੇ ਲਖ ਭਗਤ ਪ੍ਰਭੂ ਸ਼ਰਨੀ, ਸਿਮਰਹਿ ਨਾਮ ਸੁਗਮ ਸੁਖ ਕਰਨੀ। ਜਾਂ ਤੇ ਇਸ ਵਾਸਤੇ ਲਖੋ ਭਗਤ ਪ੍ਰਭ ਸ਼ਰਨੀ, ਪ੍ਰਭੂ ਦੀ ਸ਼ਰਨ ਵਿੱਚ ਪੈ ਕੇ ਭਗਤੀ ਕਰਨੀ। ਲਖੋ ਹੁੰਦਾ ਜਾਣਨਾ, ਸਮਝਣਾ ਕਿ ਭਗਤੀ ਦੁਆਰਾ ਹੀ ਸੰਸਾਰ ਸਾਗਰ ਤੋਂ ਤਰਿਆ ਜਾ ਸਕਦਾ। ਪਰਮਾਤਮਾ ਦੀ ਸ਼ਰਨ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ। ਸਤਿਗੁਰੂ ਪਾਤਸ਼ਾਹ ਨੇ ਸਾਰੀਆਂ ਜੁਗਤੀਆਂ ਬਾਣੀ 'ਚ ਦੱਸ ਦਿੱਤੀਆਂ ਹਨ ਕਿ ਜਦੋਂ ਕੋਈ ਹਿਰਦੇ ਵਿੱਚ ਔਗਣਾ ਵੱਲੋਂ ਵਿਰਾਗ ਧਾਰਨ ਕਰ ਲੈਂਦਾ ਹੈ, ਉਦੋਂ ਫਿਰ ਖੋਜ ਵਾਲੇ ਪਾਸੇ ਤੁਰਦਾ ਹੈ। ਤੇ ਜਦੋਂ ਕੋਈ ਖੋਜ ਵਾਲੇ ਪਾਸੇ ਤੁਰਦਾ ਹੈ, ਭਗਤੀ ਕਰਦਾ, ਬੰਦਗੀ ਕਰਦਾ, ਖੋਜ ਕਰਦਾ ਖੋਜਤ ਸਹਿਜ ਉਪਜਿਆ, ਫਿਰ ਜਰਾ ਨਾ ਮਰਨਾ। ਉਸ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਜਿੱਥੇ ਕਿਸੇ ਤਰ੍ਹਾਂ ਦੀ ਕੋਈ ਤਕਲੀਫ, ਕੋਈ ਬੁਢਾਪਾ, ਕੋਈ ਜੰਮਣ ਮਰਨ ਦਾ ਪ੍ਰਭਾਵ ਨਹੀਂ ਰਹਿ ਜਾਂਦਾ। ਬਹਿ ਰਾਗੇ ਤੇ ਹਰ ਭਗਤ ਉਪਜੈ, ਹਰ ਖੋਜਤ ਫਿਰਨਾ। ਵਿਰਾਗ ਤੋਂ ਹੀ ਭਗਤੀ ਪੈਦਾ ਹੁੰਦੀ ਹੈ ਤੇ ਭਗਤੀ ਤੋਂ ਹੀ ਬ੍ਰਹਮ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ। ਸੋ ਸਾਹਿਬ ਜੀ ਦੱਸਣ ਲੱਗੇ ਕਿ ਭਾਈ ਪ੍ਰਭੂ ਦੀ ਸ਼ਰਨ ਵਿੱਚ ਪੈ ਕੇ ਭਗਤੀ ਕਰਨੀ, ਜਾਣਨਾ ਸਮਝਣਾ ਕਰੋ। ਸਿਮਰ ਹੈ ਨਾਮ ਸੁਗਮ ਸੁਖ ਕਰਨੀ। ਜਿਹੜਾ ਨਾਮ ਸਿਮਰਨ ਕਰਦਾ ਨਾ, ਨਾਮ ਸਿਮਰਨਾ ਸੁਗਮ ਸੌਖੀ ਹੈ। ਸੁਖ ਕਰਨੀ, ਸੁਖ ਕਰਨ ਵਾਲੀ ਅਵਸਥਾ, ਸੁਖ ਪ੍ਰਾਪਤੀ ਵਾਲੀ ਜਿਹੜੀ ਅਵਸਥਾ ਹੈ, ਇਹ ਨਾਮ ਸਿਮਰਨ ਦੁਆਰਾ ਸੁਗਮ ਸੌਖਿਆਂ ਹੀ ਪ੍ਰਾਪਤ ਹੋ ਜਾਂਦੀ ਹੈ। ਪਾਪੀ ਪੁੰਨੀ ਮੂੜ ਸੁਜਾਨ, ਪਾਰ ਪਰਹਿ ਕਰ ਭਗਤ ਮਹਾਨ। ਜਿਵੇਂ ਤੇਜ਼ ਬਾਰਿਸ਼ ਹੋਵੇ ਤੇ ਗੰਦਮੰਦ ਸਾਰਾ ਰੋੜ ਦਿੰਦੀ ਹੈ, ਸਫਾਈ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਭਾਵੇਂ ਕੋਈ ਪਾਪੀ ਹੋਵੇ, ਭਾਵੇਂ ਕੋਈ ਪੁੰਨੀ ਹੋਵੇ, ਮੂੜ ਸੁਜਾਨ ਹੋਵੇ, ਜਦੋਂ ਨਾਮ ਦੀ ਵਰਖਾ ਮੋਲੇ ਧਾਰ ਮੀਂਹ ਪੈਂਦਾ ਹੈ, ਸਾਰੇ ਔਗਣ ਬਰਿਆਈਆਂ ਰੁੜ ਜਾਂਦੇ, ਹਿਰਦਾ ਸ਼ੁੱਧ ਤੇ ਸਾਫ਼ ਹੋ ਜਾਂਦਾ ਹੈ। ਅਜਿਹਾ ਗੁਰਮੁਖ ਫਿਰ ਪਾਰ ਪਰਹਿ ਕਰ ਭਗਤ ਮਹਾਨ। ਜਿਹੜੀ ਮਹਾਨ ਭਗਤੀ ਹੈ ਅਕਾਲ ਪੁਰਖ ਦੀ, ਉਸ ਭਗਤੀ ਨੂੰ ਕਰਕੇ ਸੰਸਾਰ ਸਾਗਰ ਤੋਂ ਪਾਰ ਪੈ ਜਾਂਦਾ ਹੈ। ਜਾਂ ਤੇ ਤੁਮ ਸਿਮਰੋ ਸਤਨਾਮ, ਰਹੀਐ ਸਤ ਸੰਗਤ ਕੀ ਸ਼ਾਮ। ਇਸ ਵਾਸਤੇ ਪ੍ਰੇਮਿਓ, ਗੁਰਮੁਖ ਜਨੋ, ਭਾਈ ਤੁਸੀਂ ਸਤਨਾਮ ਵਾਹਿਗੁਰੂ ਦਾ ਨਾਮ ਸਿਮਰਿਆ ਕਰੋ, ਪਰਮਾਤਮਾ ਨੂੰ ਚੇਤੇ ਕਰਿਆ ਕਰੋ। ਜਪ ਮਨ ਸਤਨਾਮ, ਸਦਾ ਸਤਨਾਮ। ਹਾਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਿਰੰਜਨ। ਲੋਕ ਪਰਲੋਕ ਚ ਮੁਖ ਸਾਫ਼ ਹੋ ਜਾਏਗਾ ਸਤਨਾਮ ਜਪਣ ਨਾਲ। ਤੁਸੀਂ ਸਦਾ ਸਤਨਾਮ ਜਪਿਆ ਕਰੋ। ਰਹੀਏ ਸਤ ਸੰਗਤ ਕੀ ਸ਼ਾਮ, ਸ਼ਾਮ ਹੁੰਦੀ ਸ਼ਰਨ। ਕਿਸੇ ਬੰਦੇ ਦੀ ਆਸ ਨਹੀਂ ਤੱਕਣੀ, ਕਿਸੇ ਪਦਾਰਥ ਦੀ ਮਾਇਆ ਦੀ ਆਸ ਨਹੀਂ ਰੱਖਣੀ, ਸ਼ਰਨ ਤੱਕਣੀ ਤੇ ਮਾਲਕ ਦੀ। ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੇ ਭਗਵਾਨ। ਆਸਰਾ ਤੱਕਣਾ ਤੇ ਮਾਲਕ ਦਾ ਤੱਕੋ, ਕਿਸੇ ਹੀ ਕੋਈ ਕੋਏ, ਮਨ ਨਿਮਾਣੀ ਇੱਕ ਤੂੰ। ਗੁਰ ਕੀ ਸਰਨ ਸਤ ਰਹੀਏ ਸਤ ਸੰਗਤ ਕੀ ਸ਼ਾਮ। ਜਿਹੜੀ ਸੱਚੀ ਸੰਗਤ ਹੈ ਨਾ, ਜਿਹੜੇ ਸਤ ਦਾ ਮਿਲਾਪ ਕਰਵਾਉਣ ਵਾਲੀ ਸੰਗਤ, ਉਹਨੂੰ ਸਤ ਸੰਗਤ ਕਹਿੰਦੇ ਨੇ। ਸਤ ਸੰਗਤ ਕੈਸੀ ਜਾਣੀਐ, ਜਿੱਥੇ ਇੱਕੋ ਨਾਮ ਵਖਾਣੀਐ, ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਉ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਮਹਾਂਪੁਰਖ ਭਗਤ ਬਾਬਾ ਰਵਿਦਾਸ ਸਾਹਿਬ ਜੀ ਕਹਿੰਦੇ, ਸਤ ਸੰਗਤ ਮਿਲ ਰਹੀਏ ਮਾਧੋ, ਜੈਸੇ ਮਧੁਪ ਮਖੀਰਾ। ਜਿਵੇਂ ਸ਼ਹਿਦ ਦੀਆਂ ਮੱਖੀਆਂ ਛੱਤੇ ਵਿੱਚ ਰਹਿੰਦੀਆਂ ਪਿਆਰ ਨਾਲ, ਇਸੇ ਤਰ੍ਹਾਂ ਭਾਈ ਸਤ ਸੰਗਤ ਵਿੱਚ ਬੈਠਿਆ ਕਰੀਏ, ਜੁੜਿਆ ਕਰੀਏ। ਸਾਧ ਸੰਗਤ ਦੀ ਸ਼ਰਨ ਤੱਕਣੀ ਚਾਹੀਦੀ ਹੈ। ਰਾਜੇ ਹਰੀ ਚੰਦ ਨੇ ਬੜੀ ਚਲਾਕੀ ਕੀਤੀ ਸੀ। ਰਾਤ ਦੇ ਸਮੇਂ ਉਹਦੀ ਧਰਮ ਪਤਨੀ ਸਤ ਸੰਗਤ 'ਚ ਜਾਂਦੀ ਸੀ।
ਪਿੱਛਾ ਕੀਤਾ, ਵੇਖਿਆ ਕਿੱਥੇ ਜਾਂਦੀ ਹੈ। ਵੇਖਿਆ ਸਾਧੂ ਮਹਾਤਮਾ ਸਿਮਰਨ ਕਰਦੇ ਨੇ, ਗੁਰਮੁਖ ਉੱਥੇ ਜਾ ਕੇ ਵੀ ਬੈਠ ਜਾਂਦੀ ਹੈ। ਤੇ ਆਉਣ ਲੱਗਾ ਖੜਾਂ ਚੁੱਕ ਕੇ ਲੈ ਆਇਆ ਸੀ ਕਿ ਹੋ ਸਕਦਾ ਉਹਦਾ ਨਾਮ ਮੰਨੇ ਤੇ ਆਖਾਂਗਾ ਖੜਾਂ ਤੇਰੀ ਆਵੇ ਹੈ। ਪਰ ਜਦੋਂ ਸਾਧ ਸੰਗਤ ਨੇ ਅਰਦਾਸ ਕੀਤੀ ਨਾ, ਸਾਧ ਸੰਗਤ ਦੀ ਸ਼ਾਮ ਆਸਰਾ ਤੱਕਿਆ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਹ ਪੌੜੀ ਲਿਖੀ ਹੈ ਪੂਰੀ, ਕਿ ਕਿਵੇਂ ਉਹੋ ਜਿਹੀ ਖੜਾਮ ਜਿਹੜੀ ਸੀ ਨਾ, ਸਾਧ ਸੰਗਤ ਦੀ ਬਰਕਤ ਬਖਸ਼ ਦੁਆਰਾ ਮਾਲਕ ਦਾ ਉਹ ਆਸਰਾ ਲੈਣ ਨਾਲ ਉਹ ਦੁਬਾਰਾ ਖੜਾਂ ਹੋ ਜੀ ਆ ਗਈ। ਉਹ ਰਾਜੇ ਕੋਲ ਉਹੋ ਜਿਹੀ ਪਈ ਰਹੀ, ਪਰ ਰਾਣੀ ਦੀ ਖੜਾਂ ਜਿਹੜੀ ਸੀ ਪੂਰੀ ਹੋ ਗਈ। ਇਹ ਸਾਧ ਸੰਗਤ ਦੀ ਬਰਕਤ ਹੈ। ਜਦੋਂ ਵੀ ਗੁਰੂ ਨਾਨਕ ਦੇ ਪਾਤਸ਼ਾਹ ਨੂੰ ਕੋਈ ਕਹਿੰਦਾ ਸੀ ਮਹਾਰਾਜ ਆਹ ਮੇਰਾ ਕਾਰਜ ਹੈ, ਤੇ ਸਾਹਿਬ ਕਹਿੰਦੇ ਸਨ ਸਤ ਸੰਗਤ 'ਚ ਅਰਦਾਸ ਕਰਾਂਗੇ, ਪਰਮੇਸ਼ਰ ਨੂੰ ਬੇਨਤੀ ਕਰਾਂਗੇ ਮਾਲਕ ਕਿਰਪਾ ਕਰ। ਤੇ ਸਾਹਿਬ ਚਾਹੁੰਦੇ ਸਨ ਕਿ ਹਰ ਸਿੱਖ ਹੀ ਸਾਧ ਸੰਗਤ ਸਤ ਸੰਗਤ ਦਾ ਆਸਰਾ ਲਵੇ। ਸੋ ਸਿੱਖੋ ਰਹੀਏ ਸਤ ਸੰਗਤ ਕੀ ਸ਼ਾਮ, ਸਾਧ ਸੰਗਤ ਦੀ ਸ਼ਰਨ ਵਿੱਚ ਰਹਿਣਾ ਕਰੋ। ਸੁਨ ਸਿੱਖਨ ਉਪਦੇਸ਼ ਕਮਾਇਓ, ਗੁਰ ਕੀ ਸ਼ਰਨ ਰਹੇ ਸੁਖ ਪਾਇਓ। ਸੁਣ ਕੇ ਸਿੱਖਾਂ ਇਹ ਉਪਦੇਸ਼ ਕਮਾਇਆ। ਗੁਰੂ ਅਰਜਨ ਦੇ ਪਾਤਸ਼ਾਹ ਦਾ ਬਚਨ ਹੈ, 4 ਕੁੰਟ ਦਹਿ ਜਿਸ ਭ੍ਰਮੇ ਥੱਕ ਆਏ, ਪ੍ਰਭ ਕੀ ਸਾਮ। ਸਾਮ ਦਾ ਅਰਥ ਉੱਥੇ ਵੀ ਸ਼ਰਨ ਹੈ, ਆਸਰਾ ਹੈ, ਸਹਾਰਾ ਹੈ, ਮਾਲਕ ਦੀ ਸ਼ਰਨ ਵਿੱਚ ਆ ਗਏ। ਸਿੱਖਾਂ ਨੇ ਸੁਣ ਕੇ ਉਪਦੇਸ਼ ਕਮਾਇਆ, ਗੁਰ ਕੀ ਸ਼ਰਨ ਰਹਿ ਸੁਖ ਪਾਇਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਰਹਿ ਕਰਕੇ ਮਹਾਨ ਸਦੀਵੀ ਆਤਮਿਕ ਸੁਖ ਪਾਇਆ। ਕਥਾ ਕੀਰਤਨ ਇਕ ਚਿਤ ਸੁਨੈ, ਹੋਏ ਇਕੰਤ ਤਬ ਹਰ ਹਰ ਭਨੈ। ਜਦੋਂ ਤਾਂ ਸੰਗਤ ਵਿੱਚ ਬੈਠਦੇ ਨੇ, ਉਦੋਂ ਕਥਾ ਕੀਰਤਨ ਇੱਕ ਮਨ ਇੱਕ ਚਿੱਤ ਹੋ ਕੇ ਸੁਣਦੇ ਨੇ। ਇਹ ਵੇਖੋ ਸਾਡੇ ਵਾਸਤੇ ਉਪਦੇਸ਼ ਹੈ ਕਿ ਜਦੋਂ ਸੰਗਤ ਵਿੱਚ ਬੈਠੋ ਨਾ, ਉਦੋਂ ਆਪਣਾ ਨਿਤਨੇਮ ਨਾ ਸ਼ੁਰੂ ਕਰਿਆ ਕਰੋ। ਉਦੋਂ ਸਤ ਸੰਗਤ ਜੋ ਹੋ ਰਿਹਾ, ਕਥਾ ਹੋ ਰਹੀ ਜਾਂ ਕੀਰਤਨ ਹੋ ਰਿਹਾ, ਉਦੋਂ ਉਹ ਸੁਣਿਆ ਕਰੋ, ਕਿਉਂਕਿ ਉਹ ਤੁਹਾਡੇ ਸੁਣਾਉਣ ਵਾਸਤੇ ਹੈ। ਉਹ ਮਨ ਦਾ ਮਨੋਰੰਜਨ ਕਰਨ ਵਾਸਤੇ ਨਹੀਂ, ਉਹ ਜਾਂ ਥੰਮਾਂ ਨੂੰ ਸੁਣਾਉਣ ਵਾਸਤੇ ਨਹੀਂ ਹੈ, ਕੰਧਾਂ ਨੂੰ ਸੁਣਾਉਣ ਵਾਸਤੇ ਨਹੀਂ, ਉਹ ਸਿੱਖਾਂ ਨੂੰ ਸੁਣਾਉਣ ਵਾਸਤੇ ਹੀ ਹੈ। ਤੇ ਜੇਕਰ ਕੋਈ ਆਪਣਾ ਹੀ ਨਿਤਨੇਮ ਵੱਖਰਾ ਕਰੀ ਜਾਵੇ, ਐਸਾ ਕੀਤਾ ਸੀ ਇੱਕ ਵਾਰੀ ਇੱਕ ਸਿੱਖ ਨੇ ਇੱਥੇ, ਤੇ ਮਹਾਰਾਜ ਨੂੰ ਕਿਹਾ ਸੀ ਮਹਾਰਾਜ ਕੀ ਇਹਨਾਂ ਰਾਗੀ ਸਿੰਘਾਂ ਨੇ ਇਹ ਗੁਸਤਾਖੀ ਨਹੀਂ ਕੀਤੀ? ਤੇ ਸਾਹਿਬਾਂ ਕਿਹਾ ਸੀ ਸਿੱਖਾ ਬਿਲਕੁਲ ਨਹੀਂ ਕੀਤੀ। ਤੂੰ ਜਿਹੜਾ ਬਾਣੀ ਪੜ੍ਹ ਰਿਹਾ ਸੀ ਨਾ ਕੱਲਾ, ਇਹ ਤੇਰੀ ਬਾਣੀ ਪੜ੍ਹਨੀ ਇਸ ਤਰ੍ਹਾਂ ਸੀ ਜਿਵੇਂ ਤੂੰ ਇੱਕ ਜੱਟ ਨੇ, ਜ਼ਿਮੀਂਦਾਰ ਨੇ ਖੂਹ ਜੁੱਤਾ ਹੋਵੇ ਤੇ ਆਪਣੀ ਪੈਲੀ ਸਿੰਜ ਰਿਹਾ ਭਰ ਰਿਹਾ ਹੋਵੇ, ਤੇ ਦੂਰ ਦੇ ਜਿਹੜੇ ਖੇਤ ਨੇ ਉਹ ਖੂਹ ਦੇ ਨਾਲ ਤਾਂ ਨਹੀਂ ਨਾ ਭਰੇ ਜਾ ਸਕਦੇ। ਕੀਰਤਨ ਹੈ ਮੇਘ ਕੀ ਵਰਖਾ, ਤੇ ਜਿਹੜਾ ਕੀਰਤਨ ਹੈ ਇਹਦਾ ਮੋਲੇ ਧਰਮੀ ਹੈ, ਸਾਰਿਆਂ ਦੀਆਂ ਖੇਤੀਆਂ ਹਰੀਆਂ ਹੋ ਜਾਂਦੀਆਂ ਹਨ। ਸੋ ਇਹਨਾਂ ਰਾਗੀ ਸਿੰਘਾਂ ਕੋਈ ਗੁਨਾਹ ਨਹੀਂ ਕੀਤਾ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਸ਼ਰਨ ਵਿੱਚ ਰਹਿ ਕੇ ਸਿੱਖ ਉਪਦੇਸ਼ ਕਮਾਉਣ ਲੱਗੇ। ਜਦੋਂ ਕਥਾ ਹੁੰਦੀ ਜਾਂ ਕੀਰਤਨ ਹੁੰਦਾ, ਇੱਕ ਚਿੱਤ ਸੁਣੋ, ਇੱਕ ਮਨ ਇੱਕ ਚਿੱਤ ਹੋ ਕਰਕੇ ਸੁਣਦੇ ਨੇ। ਤੇ ਜਦੋਂ ਇਕਾਂਤ ਇਕੱਲੇ ਹੁੰਦੇ ਨਾ, ਉਦੋਂ ਕੀ ਕਰਦੇ ਨੇ? ਹੋਏ ਇਕੰਤ ਤਬ ਹਰ ਹਰ ਭਣੇ। ਜਦੋਂ ਇਕੱਲੇ ਹੁੰਦੇ ਉਦੋਂ ਆਪਣਾ ਨਿਤਨੇਮ ਸ਼ੁਰੂ ਕਰ ਦਿੰਦੇ, ਕੋਈ ਵਾਹਿਗੁਰੂ ਮੰਤਰ ਦਾ ਜਾਪ, ਕੋਈ ਹਰ ਹਰ ਦਾ ਜਾਪ, ਕੋਈ ਜਪਜੀ ਸਾਹਿਬ ਦੇ ਪਾਠ। ਸੋ ਜਿਵੇਂ ਵੀ ਸਤਿਗੁਰੂ ਦੀ ਮੱਤ ਪ੍ਰਾਪਤ ਹੁੰਦੀ ਹੈ, ਉਸੇ ਤਰ੍ਹਾਂ ਭਾਈ ਸਾਹਿਬ ਕਹਿੰਦੇ ਜਦੋਂ ਇਕਾਂਤ ਵਿੱਚ ਹੁੰਦੇ ਨੇ, ਜਦੋਂ ਇਕੱਲੇ ਹੁੰਦੇ ਨੇ, ਉਦੋਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਸ਼ੁਰੂ ਕਰ ਦਿੰਦੇ। ਜਦੋਂ ਸੰਗਤ 'ਚ ਬੈਠਦੇ ਨੇ, ਉਦੋਂ ਕਥਾ ਕੀਰਤਨ ਇੱਕ ਮਨ ਪ੍ਰੇਮ ਨਾਲ ਸੁਣਦੇ ਹਨ। ਸ਼੍ਰੀ ਅਰਜਨ ਕੋ ਸੇਵਤ ਰਹੈ, ਅੰਤ ਕਾਲ ਮਹਿ ਸੁਧ ਪਦ ਲਹੈ। ਜਿੰਨਾ ਚਿਰ ਪ੍ਰਲਬਧ ਅਨੁਸਾਰ ਸਰੀਰ ਬਣਿਆ ਰਿਹਾ, ਉਹਨਾਂ ਚਿਰ ਸਾਹਿਬ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੂੰ ਸੇਵਤ ਰਹਿ, ਸੇਵਦੇ ਰਹਿ, ਸੇਵਾ ਕਰਦੇ ਰਹਿ ਸਾਹਿਬਾਨ ਦੀ। ਨਾਮ ਸਿਮਰਨ ਜਪ ਤਪ ਕਮਾਈ ਸਾਰਾ ਕੁਝ ਸੇਵਨ ਵਿੱਚ ਆਉਂਦਾ ਹੈ। ਸੇਵਾ ਕਰਦੇ ਰਹਿ ਸਾਹਿਬਾਂ ਦੇ ਦਰ ਤੇ ਰਹਿ ਕੇ, ਅਖੀਰ ਸਰੀਰਾਂ ਤਾਂ ਜਾਣਾ ਹੈ। ਅੰਤ ਕਾਲ ਮੈਂ ਸੁਧ ਪਦ ਲਹੈ। ਅਖੀਰ ਜਦੋਂ ਸਰੀਰ ਛੁੱਟ ਗਏ, ਅਖੀਰ ਉਹ ਪਦ ਪ੍ਰਾਪਤ ਕਰ ਲਿਆ ਜਿਹਨੂੰ ਸ਼ੁੱਧ ਪਦ ਆਖਿਆ ਹੈ। ਸ਼ੁੱਧ ਪਦ ਦੇ ਵਿੱਚ ਕਿਸੇ ਤਰ੍ਹਾਂ ਦੀ ਮਿਲਾਵਟ, ਕੋਈ ਮੈਲ ਦੀ ਗੁੰਜਾਇਸ਼ ਨਹੀਂ ਹੈ। ਉੱਤਮ ਪਦ, ਨਿਰਮਲ ਪਦ, ਆਤਮ ਪਦ, ਉਹ ਸ਼ੁੱਧ ਪਦਵੀ ਜਿਹੜੀ ਅਖੀਰ ਸਰੀਰ ਦੇ ਸਵਾਸ ਪੂਰੇ ਹੋਣ ਤੋਂ ਬਾਅਦ ਆਤਮਾ ਜਿਹੜੀ ਸੀ ਉਹ ਨਿਰੰਕਾਰ ਦੇ ਘਰ ਨੂੰ ਪ੍ਰਵਾਜ ਕਰ ਗਈ। ਉਹ 84 ਦੇ ਚੱਕਰ ਵਿੱਚ ਨਹੀਂ ਪਈ, ਜਾਂ ਭੂਤ ਪ੍ਰੇਤ ਬਣ ਕੇ ਭਟਕਦੀ ਨਹੀਂ ਫਿਰੀ, ਕਦੀ ਉਹਦੇ ਵਿੱਚ ਆ ਤੇ ਕਦੀ ਉਹਦੇ ਵਿੱਚ ਆ। ਸਾਡੇ ਲੀੜੇ ਕੱਪੜੇ ਨਹੀਂ ਦਿੱਤੇ,
ਸਾਡਾ ਆਹ ਚਾਹੀਦਾ, ਸਾਨੂੰ ਉਹ ਚਾਹੀਦਾ, ਫਿਰ ਇਹੋ ਜਿਹੀਆਂ ਮੰਗਾਂ ਨਹੀਂ ਉਹ ਆਤਮਾਵਾਂ ਕਰਦੀਆਂ। ਉਹ ਆਪਣੇ ਅਸਲੀ ਦੇਸ਼ ਦੀਆਂ ਵਾਸੀ ਬਣ ਜਾਂਦੀਆਂ ਹਨ। ਅੰਤ ਕਾਲ ਮੈਂ ਸੁਧ ਪਦ ਲਹੈ, ਅਖੀਰ ਸਰੀਰ ਸ਼ਾਂਤ ਹੋਣ ਤੋਂ ਬਾਅਦ ਮਾਲਕ ਦੇ ਘਰ ਦੇ ਵਾਸੀ ਬਣ ਕੇ ਉੱਤਮ ਪਦਵੀ ਨੂੰ, ਕੇਵਲ ਮੋਕਸ਼ ਨੂੰ ਪ੍ਰਾਪਤ ਕਰ ਗਏ। ਸਤਿਗੁਰ ਸੇਵਾ ਸਭ ਸੁਖ ਦਾਨੀ, ਬੜੇ ਭਾਗ ਜਿਨ ਤਿਨਹੁ ਕਮਾਨੀ। ਭਾਈ ਸੰਤੋਖ ਸਿੰਘ ਸਾਹਿਬ ਜੀ ਕਹਿ ਰਹੇ ਨੇ, ਸਤਿਗੁਰੂ ਦੀ ਜਿਹੜੀ ਸੇਵਾ ਨਾ ਸਭ ਸੁਖ ਦਾਨੀ, ਸਾਰੇ ਸੁੱਖਾਂ ਦੀ ਦਾਨੀ ਹੈ ਭਾਈ, ਸਾਰੇ ਸੁੱਖਾਂ ਨੂੰ ਦੇਣ ਵਾਲੀ ਦਾਤੀ ਹੈ। ਸਤਿਗੁਰੂ ਦੀ ਸੇਵਾ ਕਰਨ ਨਾਲ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹਨ। ਤਾਂ ਇਹ ਸਾਹਿਬਾਂ ਕਿਹਾ ਕਿ ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੇ ਆਏ, ਜੰਮਨ ਮਰਨਾ ਮਿਟ ਗਿਆ, ਕਾਲੇ ਕਾ ਕਿਸ਼ਨਾ ਵਸਾਏ। ਕਾਲ ਦਾ ਵੀ ਉੱਥੇ ਕੋਈ ਵਸ ਨਹੀਂ ਚੱਲਦਾ ਸਤਿਗੁਰੂ ਦੀ ਸੇਵਾ ਤੇ। ਪਰ ਜਦੋਂ ਸਤਿਗੁਰੂ ਸੇਵਾ ਤੇ ਪ੍ਰਸੰਨ ਹੋ ਜਾਣ, ਸਾ ਸੇਵਾ ਕੀਤੀ ਸਫਲ ਹੈ। ਜੇ ਸਤਿਗੁਰ ਕਾ ਮਨ ਮੰਨੇ ਜਾਂ ਸਤਿਗੁਰ ਕਾ ਮਨ ਮੰਨਿਆ, ਤਾਂ ਪਾਪ ਕਸੰਮਲ ਭੰਨੇ, ਸਾਰੇ ਪਾਪ ਭੱਜ ਜਾਂਦੇ ਨੇ। ਸੋ ਗੁਰ ਸੇਵਾ ਤਪਾਂ ਸਿਰ ਤਪਸਾਰ, ਸਤਿਗੁਰ ਸੇਵਾ ਸਭ ਸੁਖ ਦਾਨੀ। ਸਤਿਗੁਰੂ ਦੀ ਸੇਵਾ ਸਾਰੇ ਸੁੱਖਾਂ ਦੀ ਦਾਤੀ, ਸੁਖ ਦੇਣ ਵਾਲੀ ਹੈ। ਵੱਡੇ ਭਾਗ ਜਿਨ ਤਿਨਹੁ ਕਮਾਨੀ, ਉਹਨਾਂ ਗੁਰਮੁਖਾਂ ਦੇ ਵੱਡੇ ਭਾਗ ਨੇ ਜਿਨ੍ਹਾਂ ਨੇ ਇਹ ਸੇਵਾ ਕਮਾਈ ਘੱਲ ਨਾ ਕੀਤੀ, ਜਿਨ੍ਹਾਂ ਨੇ ਸਤਿਗੁਰੂ ਦੇ ਦਰ ਤੇ ਸੇਵਾ ਕੀਤੀ। ਭਾਈ ਸਾਹਿਬ ਕਹਿੰਦੇ ਉਹਨਾਂ ਦੇ ਚੰਗੇ ਭਾਗ, ਸ਼ੁਭ ਭਾਗ, ਵੱਡੇ ਨਸੀਬ ਹਨ। ਦੋਹਰਾ ਮੂਲਾ ਸੂਜਾ ਧਾਵਨੀ, ਚੰਦੂ ਚੋਜੜ ਆਸ। ਨਵਾਂ ਅਧਿਆਇ ਭਾਈ ਸਾਹਿਬ ਜੀ ਨੇ ਪ੍ਰਾਰੰਭ ਕੀਤਾ ਹੈ। 56ਵਾਂ ਅੰਸੂ। ਅੰਸੂ ਦਾ ਅਰਥ ਹੁੰਦਾ ਕਿਰਨਾ। ਇਸ ਗ੍ਰੰਥ ਦਾ ਨਾਮ ਹੈ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਤੇ ਸੂਰਜ ਦੀਆਂ ਕਿਰਨਾਂ ਦਾ ਨਾਮ ਹੁੰਦਾ ਅੰਸੂ। ਇਹ ਤੀਜੀ ਰਾਸ ਦੀ ਜੋ 56ਵਾਂ ਅੰਸੂ ਭਾਈ ਸਾਹਿਬ ਜੀ ਨੇ ਆਰੰਭ ਕੀਤਾ ਹੈ। 56ਵੀਂ ਭਾਵ ਕਿਰਨ ਹੈ। ਇਸ ਗੁਰਪ੍ਰਤਾਪ ਸੂਰਜ ਗ੍ਰੰਥ ਦੀ 56ਵੀਂ ਕਿਰਨ ਹੈ, ਜਿਸ ਵਿੱਚ ਗੁਰੂ ਕਾ ਜਸ ਪ੍ਰਕਾਸ਼ਮਾਨ ਹੈ। ਸਾਹਿਬਾਂ ਦੇ ਹਜ਼ੂਰ ਹੋਰ ਗੁਰਸਿੱਖ ਆਏ, ਉਹਨਾਂ ਦੇ ਨਾਮ ਨੇ ਭਾਈ ਮੂਲਾ ਜੀ, ਭਾਈ ਸੂਜਾ ਜੀ, ਧਾਂਗਣੇ ਇਹਨਾਂ ਦੀ ਗੋਤ ਹੈ। ਭਾਈ ਚੰਦੂ ਜੀ ਚੌਜੜ ਵੀ ਗੋਤ ਹੈ। ਆਸ ਧਾਰ ਕੇ ਆਏ ਨੇ, ਭਰੋਸਾ ਰੱਖ ਕੇ ਆਏ ਹਨ। ਰਾਮਦਾਸ ਪੰਡਾਰੀਆ, ਬਾਲਾ ਸਾਈਂ ਦਾਸ। ਭਾਈ ਰਾਮਦਾਸ ਜੀ ਭੰਡਾਰੀਆ ਇਸ ਦੀ ਜਾਤ ਗੋਤ ਹੈ। ਭਾਈ ਬਾਲਾ ਜੀ ਤੇ ਭਾਈ ਸਾਈਂ ਦਾਸ ਜੀ, ਇਹ ਸਾਰੇ ਸਿੱਖ ਮਿਲ ਕੇ ਆਏ ਹਨ। ਚੌਪਈ ਖਸ਼ਟ ਮਿਲੇ ਸ਼੍ਰੀ ਅਰਜਨ ਪਾਸ, ਪਗ ਬੰਧਨ ਕੀਨੀ ਅਰਦਾਸ। ਇਹ 6 ਸਿੱਖ ਨੇ ਜਿਨ੍ਹਾਂ ਦਾ ਭਾਈ ਸਾਹਿਬ ਜੀ ਨੇ ਜ਼ਿਕਰ ਕੀਤਾ, ਭਾਈ ਮੂਲਾ, ਭਾਈ ਸੂਜਾ ਤੇ ਭਾਈ ਚੰਦੂ ਜੀ। ਇਹ ਪਹਿਲੀ ਪੰਕਤੀ 'ਚ ਤਿੰਨਾਂ ਸਿੱਖਾਂ ਦਾ ਜ਼ਿਕਰ ਕੀਤਾ ਹੈ। ਅਗਲੀ ਪੰਕਤੀ ਵਿੱਚ ਵੀ ਭਾਈ ਰਾਮਦਾਸ, ਭਾਈ ਬਾਲਾ ਤੇ ਭਾਈ ਸਾਈਂ ਦਾਸ। ਇਹ 6 ਹੋ ਗਏ। ਇਹ ਖਸ਼ਟ ਹੁੰਦੇ 6। ਸੋ ਖਸ਼ਟ ਮਿਲੇ ਸ਼੍ਰੀ ਅਰਜਨ ਪਾਸ। 6 ਦੇ 6 ਸਿੱਖ ਮਿਲ ਕੇ ਗੁਰੂ ਅਰਜਨ ਦੇ ਪਾਤਸ਼ਾਹ ਦੇ ਕੋਲ ਆਏ ਨੇ। ਸਾਹਿਬਾਂ ਦੇ ਚਰਨ ਕਮਲਾਂ ਦੇ ਉੱਪਰ ਮੱਥਾ ਟੇਕ ਕੇ ਅਰਦਾਸ ਬੇਨਤੀ ਕੀਤੀ। ਗੁਰੂ ਗਰੀਬ ਨਿਵਾਜ ਜੇ ਪ੍ਰਾਨੀ, ਕਰਮ ਕਰਤ ਦੁਐ ਵਿਦ ਸਭ ਜਾਨੀ। ਬੇਨਤੀ ਕੀ ਕੀਤੀ ਇਹਨਾਂ ਨੇ, ਹੈ ਗੁਰੂ ਗਰੀਬ ਨਿਵਾਜ, ਗਰੀਬਾਂ ਨੂੰ ਨਿਵਾਜਣ ਵਾਲੇ ਸਤਿਗੁਰੂ ਪਾਤਸ਼ਾਹ ਜਿਹੜੇ ਪ੍ਰਾਨੀ ਨਾ, ਪ੍ਰਾਨੀ ਕਹਿੰਦੇ ਨੇ ਪ੍ਰਾਣਾ ਧਾਰੇ ਜੀਵਾਂ ਨੂੰ। ਤੇ ਗੁਰੂ ਸਾਹਿਬਾਂ ਨੇ ਤਾਂ ਹੀ ਆਖਿਆ ਕਿ ਪ੍ਰਾਨੀ ਏਕੋ ਨਾਮ ਧਿਆਵੋ, ਆਪਣੀ ਪਤ ਸੇਤੀ ਕਰ ਜਾਵੋ। ਖਾਸ ਕਰਕੇ ਮਨੁੱਖ ਨੂੰ ਹੀ ਪ੍ਰਾਣੀ ਆਖਿਆ ਜਾਂਦਾ ਹੈ। ਸੋ ਜਿਹੜੇ ਪ੍ਰਾਣੀ ਨੇ ਮਹਾਰਾਜ ਜੀ ਕਰਮ ਕਰਤ ਦੁਐ ਵਿਦ ਸਭ ਜਾਣ, ਸਾਰੇ ਜਾਣਦੇ ਨੇ ਕਿ ਉਹ ਜੀਵ ਜਿਹੜੇ ਨਾ 2 ਤਰ੍ਹਾਂ ਦੇ ਕਰਮ ਕਰਦੇ ਹਨ। ਧਰਮ ਰਾਏ ਕੇ ਟਿਗ ਸਭ ਕੋਏ, ਪਾਪ ਪੁੰਨ ਕੋ ਲੇਖਾ ਹੋਏ। ਤੇ ਧਰਮ ਰਾਜਾ ਜੀ ਦੇ ਪਾਸ ਸਭ ਕੋਏ ਹਰੇਕ ਦਾ, ਇਹ ਬਾਣੀ ਦਾ ਬਚਨ ਹੈ। ਸਭਨਾ ਕਾ ਦਰ ਲੇਖਾ ਹੋਏ, ਕਰਨੀ ਬਾਝੋਂ ਤਰੇ ਨਾ ਕੋਈ। ਸਾਰਿਆਂ ਦਾ ਲੇਖਾ ਹਿਸਾਬ ਕਿਤਾਬ ਹੁੰਦਾ ਸੰਸਾਰੀ ਜੀਵਾਂ ਦਾ।
ਬ੍ਰਹਮ ਅਵਸਥਾ ਦੇ ਧਾਰਨੀਆਂ ਦਾ ਕੋਈ ਲੇਖਾ ਜੋਖਾ ਨਹੀਂ। ਧਰਮ ਰਾਏ ਦਰ ਕਾਗਤ ਫਾਰੇ, ਜਨ ਨਾਨਕ ਲੇਖਾ ਸਮਝਾ। ਮਹਾਰਾਜ ਧਰਮ ਰਾਜਾ ਜੀ ਦੇ ਪਾਸ ਨਾ ਪਾਪ ਤੇ ਪੁੰਨਾਂ ਦਾ ਉੱਥੇ ਸਾਰਿਆਂ ਦਾ ਲੇਖਾ ਹਿਸਾਬ ਕਿਤਾਬ ਹੁੰਦਾ ਹੈ। ਫਲ ਦੁਨਹਨ ਕੇ ਨਿਆਰੇ ਨਿਆਰੇ, ਕਿਦੋਂ ਸ਼ੇਖ ਰਹਿੰਦੇ ਫਲ ਵਿਆਰੇ। ਤੇ ਸਾਡਾ ਸਵਾਲ ਇਹ ਹੈ ਮਹਾਰਾਜ, ਸਾਡੀ ਬੇਨਤੀ ਹੈ ਕਿ ਜਿਹੜੇ ਪਾਪ ਤੇ ਪੁੰਨ ਨੇ ਉਹਨਾਂ ਦੋਵਾਂ ਦਾ ਫਲ ਜਿਹੜਾ ਨਿਆਰੇ ਨਿਆਰੇ, ਨਿਆਰੇ ਦਾ ਅਰਥ ਹੁੰਦਾ ਵੱਖਰਾ 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 ਫਲ ਮਿਲਦਾ ਹੈ। ਕਿਸੇ ਨੇ ਪਾਪ ਕੀਤਾ, ਪਾਪ ਦਾ ਫਲ ਵੱਖਰਾ, ਕਿਸੇ ਨੇ ਪੁੰਨ ਕੀਤਾ, ਉਹਦਾ ਵੱਖਰਾ। ਕਿਦੋਂ ਸ਼ੇਖ ਰਹਿੰਦੇ ਫਲ ਵਿਆਰੇ, ਜਾਂ ਫਿਰ ਪਾਪਾਂ ਤੇ ਪੁੰਨਾਂ ਨੂੰ ਤੋਲਿਆ ਜਾਂਦਾ, ਪਰਖਿਆ ਜਾਂਦਾ। ਜਿਹੜੇ ਪਾਪ ਵੱਧ ਜਾਣ ਤੇ ਉਸ ਨੂੰ ਪਾਪੀ ਮੰਨ ਲਿਆ ਜਾਂਦਾ, ਉਹਦਾ ਫਲ ਮਿਲਦਾ। ਜੇ ਪੁੰਨ ਵੱਧ ਜਾਣ ਤੇ ਫਿਰ ਵਧੇ ਹੋਏ ਪੁੰਨਾਂ ਅਨੁਸਾਰ ਉਹਨੂੰ ਸਵਰਗ ਮਿਲਦਾ ਹੈ। ਕਿਉਂਕਿ ਪਾਪੀ ਤੇ ਪੁੰਨੀਆਂ ਦਾ ਜਿਹੜਾ ਟਿਕਾਣਾ ਹੈ, ਇਹ ਬਾਣੀ ਨੇ ਦੱਸਿਆ ਹੈ ਕਿ ਧਰਮ ਰਾਜੇ ਦਾ ਘਰ ਹੀ ਹੈ। ਉੱਥੇ ਹਿਸਾਬ ਕਿਤਾਬ ਹੁੰਦਾ ਹੈ। ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕੇ ਜਾਏ, ਉੱਥੇ ਹਿਸਾਬ ਕਿਤਾਬ ਹੈ। ਸੋ ਕਿਦੋਂ ਸ਼ੇਖ ਰਹਿੰਦੇ ਫਲ ਵਿਆਰੇ, ਕਿਦੋਂ ਜਾਂ ਫਿਰ ਪਾਪ ਜਾਂ ਪੁੰਨ ਜਿਹੜੇ ਬਾਕੀ ਸ਼ੇਖ, ਬਾਕੀ ਸ਼ੇਖ ਦਾ ਅਰਥ ਹੈ ਬਾਕੀ, ਜਿਹੜੇ ਪਿੱਛੇ ਬਚ ਜਾਂਦੇ ਨਾ, ਦੇ ਫਲ ਵਿਆਰੇ। ਉਹ ਬਚੇ ਹੋਏ ਪਾਪ ਹੋਣ ਜਾਂ ਪੁੰਨ ਹੋਣ, ਵਧੇ ਹੋਏ, ਫਿਰ ਕੀ ਉਹ ਫਲ ਦਿੰਦੇ ਨੇ ਮਨੁੱਖ ਨੂੰ, ਕਿ ਜਾਂ ਫਿਰ ਪਾਪ ਤੇ ਪੁੰਨ ਆਪਣੇ ਹਿਸਾਬ ਦੇ ਨਾਲ ਫਲ ਦਿੰਦੇ ਹਨ। ਸ਼੍ਰੀ ਅਰਜਨ ਸੁਨ ਬਾਕ ਬਖਾਨੇ, ਚਾਰ ਪ੍ਰਕਾਰ ਕੇ ਸਿੱਖ ਜਾਣੇ। ਇਹਨਾਂ ਦੀ ਬੇਨਤੀ ਸੁਣ ਕੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬਚਨ ਕੀਤੇ ਕਿ ਪ੍ਰੇਮੀਓ, ਚਾਰ ਪ੍ਰਕਾਰ ਕੇ ਸਿੱਖ ਜਾਣੇ, ਕਿ ਜਿਹੜੇ ਸਿੱਖ ਸਿੱਖਿਆ ਮੰਨਣ ਵਾਲੇ ਜਾਂ ਪ੍ਰਾਣੀ ਜੀਵ ਨੇ ਉਹਨਾਂ ਨੂੰ ਚਾਰ ਪ੍ਰਕਾਰ ਦੇ ਸਮਝ ਲਵੋ। ਇੱਕ ਸਹਿ ਕਾਮ ਕਰਮ ਕੇ ਕਰਤਾ, ਬੀਏ ਨਿਕਾਸ਼ਮ ਕਰਮ ਕੋ ਧਰਤਾ। ਇੱਕ ਜਿਹੜੇ ਨੇ ਉਹ ਸਹਿਕਾਮੀ ਹਨ। ਸਹਿਕਾਮੀ ਦਾ ਅਰਥ ਹੁੰਦਾ ਕਾਮਨਾ ਰੱਖ ਕੇ ਕਰਮ ਕਰਨ ਵਾਲਾ। ਆਹ ਕਰਮ ਕੀਤਾ ਤੇ ਆਹ ਫਲ ਮਿਲ ਜਾਏ, ਆਹ ਕੀਤਾ ਤੇ ਉਹ ਮਿਲ ਜਾਏ। ਇੱਕ ਐਸੇ ਨੇ ਜਿਹੜੇ ਸਹਿਕਾਮ, ਕਾਮਨਾ ਦੇ ਸਹਿਤ, ਇੱਛਾ ਦੇ ਸਹਿਤ ਹੋ ਕਰਕੇ ਕਰਮ ਕਰਦੇ ਹਨ। ਬੀ ਦਾ ਅਰਥ ਹੈ ਦੂਜੇ। ਬੀ ਨਿਸ਼ਕਾਮ ਕਰਮ ਕੋ ਧਰਤਾ, ਦੂਜਾ ਸਿੱਖ ਉਹ ਹੈ ਕਿ ਜਿਹੜਾ ਨਿਸ਼ਕਾਮ ਕਰਮਾਂ ਨੂੰ ਧਾਰਨ ਵਾਲਾ ਹੈ। ਉਹ ਨਿਸ਼ਕਾਮ ਕਰਮ ਕਰਦਾ, ਕਰਮ ਤਾਂ ਕਰਦਾ ਹੈ, ਬਾਣੀ ਦਾ ਪੜ੍ਹਦਾ, ਸਿਮਰਨ ਕਰਦਾ ਹੈ, ਪਰ ਸੇਵਾ ਕਰਤ ਹੋਏ ਨਿਸ਼ਕਾਮੀ, ਨਿਸ਼ਕਾਮ ਹੁੰਦਾ ਹੈ। ਉਹ ਮਨ ਵਿੱਚ ਕਾਮਨਾ ਕੋਈ ਨਹੀਂ ਰੱਖਦਾ। ਕਰਿ ਉਪਾਸਨਾ ਤ੍ਰਿਤੀ ਪਛਾਨੋ, ਚਤੁਰਥ ਬ੍ਰਹਮ ਗਿਆਨੀ ਸਿੱਖ ਜਾਨੋ। ਤੇ ਤੀਜੀ ਪ੍ਰਕਾਰ ਦਾ ਸਿੱਖ ਪ੍ਰੇਮੀ ਜੀਵ ਉਹ ਜਾਣ ਲਓ ਜਿਹੜਾ ਉਪਾਸਨਾ ਕਰਦਾ ਹੈ। ਉਪਾਸਨਾ ਦਾ ਆਖਰੀ ਅਰਥ ਪੂਜਾ ਹੁੰਦਾ, ਤੇ ਪੂਜਾ ਜਿਹੜੀ ਹੈ ਇਹ ਕਈ ਤਰ੍ਹਾਂ ਦੀ ਲਿਖੀ ਹੈ ਗ੍ਰੰਥਾਂ ਦੇ ਵਿੱਚ। ਸੋ ਤੀਸਰਾ ਜਿਹੜਾ ਉਹ ਸਮਝ ਲਓ ਕਿ ਉਪਾਸਨਾ ਕਰਨ ਵਾਲਾ ਹੈ। ਤੇ ਚੌਥਾ ਜਿਹੜਾ ਹੈ ਉਹ ਬ੍ਰਹਮ ਗਿਆਨੀ ਹੈ, ਬ੍ਰਹਮ ਅਵਸਥਾ ਦਾ ਧਾਰਨੀ ਸਿੱਖ ਹੈ। ਜਾਣ ਲਵੋ। ਤੁਮ ਚਾਰਨ ਮਹਿ ਪੂਜੋ ਕੌਣ, ਕਰਹਿ ਸੁਨਾਵਨ ਜਸ ਗਤ ਕੌਣ। ਪਹਿਲਾ ਸਹਿਕਾਮੀ ਹੈ, ਦੂਸਰਾ ਨਿਸ਼ਕਾਮੀ ਹੈ, ਤੇ ਤੀਸਰਾ ਜਿਹੜਾ ਉਪਾਸਨਾ ਕਰਨ ਵਾਲਾ, ਤੇ ਚੌਥਾ ਬ੍ਰਹਮ ਗਿਆਨੀ ਹੈ। ਤੇ ਤੁਸੀਂ ਦੱਸੋ ਇਹਨਾਂ ਚੌਵਾਂ ਚੋਂ ਕਿਹਦੇ ਬਾਰੇ ਪੁੱਛਦੇ ਜੀ? ਹੁਣ ਪਤਾ ਤਾਂ ਲੱਗੇ ਨਾ ਤੁਸੀਂ ਕਿਹਦੇ ਬਾਰੇ ਗੱਲ ਕਰਨਾ ਚਾਹੁੰਦੇ ਹੋ। ਮੂਲ ਜਾਣ ਗੱਲਾਂ ਕਰੇ, ਹਾਨ ਲਾਏ ਹਾਨ। ਇਹ ਬਾਣੀ ਦਾ ਫਰਮਾਨ ਹੈ ਕਿ ਜਿਹੜੀ ਤੁਸੀਂ ਗੱਲ ਕਰ ਰਹੇ ਨਾ, ਉਸ ਗੱਲ ਦਾ ਤੁਹਾਨੂੰ ਮੂਲ ਪਤਾ ਹੋਣਾ ਚਾਹੀਦਾ। ਹਵਾ 'ਚ ਨਾ ਛੱਡੀ ਜਾਓ, ਉਹ ਵਾਹ ਦੁਆ ਨਾ ਬੋਲੀ ਜਾਓ। ਪਹਿਲਾਂ ਗੱਲ ਦਾ ਤਾਤ ਪਰਜ ਸਮਝ ਲਵੋ ਕਿ ਜੋ ਮੈਂ ਕਹਿ ਰਿਹਾ ਹਾਂ, ਜੋ ਮੈਂ ਕਿਸੇ ਨੂੰ ਸੁਣਾ ਰਿਹਾ, ਦਾ ਮੂਲ ਭਾਵ ਕੀ ਹੈ, ਕਿ ਮੈਨੂੰ ਸਮਝ ਹੈ ਜੋ ਮੈਂ ਕਿਸੇ ਨੂੰ ਦੱਸ ਰਿਹਾ ਹਾਂ। ਹਾਨ ਲਾਏ ਹਾਨ, ਹਾਨ ਦੇ ਨਾਲ ਮਿੱਤਰਤਾ ਲਾਈ ਹੀ ਨਿਭਦੀ ਹੈ। ਬਜ਼ੁਰਗ ਦੀ ਬੱਚੇ ਨਾਲ ਨਹੀਂ ਨਿਭਦੀ, ਤੇ ਬੱਚੇ ਦੀ ਬਜ਼ੁਰਗ ਨਾਲ ਨਹੀਂ ਨਿਭਦੀ। ਨੌਜਵਾਨ ਦੀ ਬੱਚੇ ਨਾਲ ਨਹੀਂ, ਤੇ ਬੱਚੇ ਦੀ ਨੌਜਵਾਨ ਨਾਲ ਨਹੀਂ, ਕਿਉਂਕਿ ਉਮਰਾਂ ਦਾ ਫਰਕ ਹੈ। ਤਾਈਏ ਸਹਿਬਾਂ ਕਿਹਾ ਕਿ ਨਾਲ ਆਣੇ ਦੋਸਤੀ, ਕਦੇ ਨਾ ਆਵੇ ਰਾਸ। ਰਾਸ ਨਹੀਂ ਆਉਂਦੀ ਕਦੇ ਵੀ। ਜੇ ਇੱਕ ਅੱਧ ਚੰਗੀ ਕਰੇ, ਦੂਜੀ ਵੀ ਬਸ। ਇੱਕ ਗੱਲ ਚੰਗੀ ਕਰ ਦਿੱਤੀ, ਦੂਜੀ ਉਹ ਗੱਲ ਕਰ ਦਿੱਤੀ ਜਿਹੜੀ ਬਿਲਕੁਲ ਕੋਈ ਅਰਥ ਨਹੀਂ ਰੱਖਦੀ। ਸਿੱਖਾਂ ਨੇ ਜਦੋਂ ਇਹ ਪੁੱਛਿਆ ਨਾ, ਤੇ ਸਤਿਗੁਰੂ ਪਾਤਸ਼ਾਹ ਨੇ ਅੱਗੋਂ ਕਿਹਾ ਕਿ ਕਿਹਦੇ ਬਾਰੇ ਪੁੱਛਦੇ ਜੇ? ਤੇ ਹੁਣ ਸਿੱਖਾਂ ਨੂੰ ਤੇ ਨਾ ਪਤਾ ਹੀ ਨਹੀਂ ਸੀ ਕਿ ਅਸੀਂ ਪੁੱਛਣਾ ਕਿਹਦੇ ਬਾਰੇ। ਹੁਣ ਸਵਾਲ ਕਰਦੇ ਨਾ,
ਬਹੁਤਾ ਔਖਾ ਨਹੀਂ ਹੁੰਦਾ, ਪਰ ਜਦੋਂ ਅੱਗੋਂ ਸਵਾਲ ਹੋ ਜਾਵੇ ਨਾ ਫਿਰ ਉੱਤਰ ਦੇਣਾ ਔਖਾ ਹੋ ਜਾਂਦਾ ਹੈ। ਸਿੱਖਾਂ ਨੇ ਪੁੱਛ ਤਾਂ ਲਿਆ ਮਹਾਰਾਜ ਕਿ ਦੋ ਤਰ੍ਹਾਂ ਦੇ ਜੀਵ ਸੁਣੇ ਨੇ ਕਿ ਉਹ ਧਰਮ ਰਾਜਾ ਦੇ ਕੋਲ ਜਾਂਦੇ ਨੇ, ਪਾਪੀ ਤੇ ਪੁੰਨੀ, ਉਹਨਾਂ ਦੇ ਕਰਮਾਂ ਦਾ ਫਲ ਵੱਖਰਾ ਵੱਖਰਾ ਭੁਗਤਾਇਆ ਜਾਂਦਾ ਕਿ ਜਾਂ ਫਿਰ ਮਿਹਨਤ ਤੋਲ ਕਰਕੇ ਜਿਹੜਾ ਹਿੱਸਾ ਵੱਧ ਜਾਵੇ ਉਸ ਅਨੁਸਾਰ ਕਰਮ ਦਾ ਫਲ ਭੁਗਤਾਇਆ ਜਾਂਦਾ ਹੈ। ਤੇ ਗੁਰੂ ਸਾਹਿਬ ਜੀ ਨੇ ਦੱਸਿਆ ਕਿ ਭਾਈ ਚਾਰ ਤਰ੍ਹਾਂ ਦੇ ਮਨੁੱਖ ਹੁੰਦੇ ਨੇ, ਤੇ ਤੁਸੀਂ ਭਲਾ ਕਿਹਦੇ ਬਾਰੇ ਪੁੱਛਿਆ, ਤੁਸੀਂ ਇਹ ਵੀ ਦੱਸ ਦਵੋ। ਸੋ ਜਦੋਂ ਸਾਹਿਬਾਂ ਨੇ ਅੱਗੋਂ ਇਸ ਤਰ੍ਹਾਂ ਆਖਿਆ, ਤੁਮ ਚਾਰ ਮਹਿ ਬੂਝੋ ਕੌਣ, ਚੌਹਾਂ ਦੇ ਵਿੱਚੋਂ ਤੁਸੀਂ ਕਿਹਦੇ ਬਾਰੇ ਪੁੱਛਦੇ ਜੇ, ਕਰੇ ਸੁਨਾਵਨ ਜਸ ਗਤ ਤੋਂ, ਉਹਦੇ ਬਾਰੇ ਅਸੀਂ ਉਹਦੀ ਜਿਹੋ ਜੀ ਗਤ ਹੁੰਦੀ, ਅਵਸਥਾ ਹੁੰਦੀ, ਹਾਲਤ ਹੁੰਦੀ ਹੈ, ਉਹੋ ਜਿਹਾ ਹੀ ਉਹਦੇ ਬਾਰੇ ਅਸੀਂ ਤੁਹਾਨੂੰ ਸੁਣਾ ਦਿੰਦੇ ਹਾਂ। ਕਿਉਂਕਿ ਜਿਹਦੇ ਬਾਰੇ ਤੁਸੀਂ ਪੁੱਛੋਗੇ ਨਾ ਗੁਰੂ ਸਮਰੱਥ ਹੈ। ਗੁਰੂ ਅਧੂਰੀ ਗੱਲ ਨਹੀਂ ਕਦੀ ਕਰੇਗਾ। ਗੁਰੂ ਜੋ ਵੀ ਮਨ ਦਾ ਸ਼ੰਕਾ ਸੰਦੇਹ ਨਿਵਰਤ ਕਰਕੇ ਐਨ ਨਿਸ਼ਾ ਕਰਵਾ ਦੇਵੇਗਾ, ਸਿੱਖ ਦੀ ਤਸੱਲੀ ਕਰਵਾ ਦੇਵੇਗਾ। ਤੇ ਉਸ ਨੂੰ ਪੂਰਾ ਗੁਰੂ ਆਖੇ ਨਹੀਂ ਜਾਂਦਾ ਜਿਹੜਾ ਭਰਮ ਹਿਰਦੇ ਚੋਂ ਨਿਵਰਤ ਹੀ ਨਾ ਕਰ ਸਕੇ। ਗੁਰੂ ਕੀ ਬਾਣੀ ਦਾ ਫੈਸਲਾ ਹੈ ਬਾਬਾ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਕਿ ਜਿਹੜਾ ਇਹੋ ਜਿਹਾ ਨਾ ਜਾਤੇ ਭਰਮ ਨਾ ਜਾਏ, ਜਿਸ ਗੁਰੂ ਦੇ ਕੋਲੋਂ ਭਰਮ ਹੀ ਨਹੀਂ ਨਾ ਕੱਟਿਆ ਜਾ ਸਕਦਾ, ਦੂਰ ਹੋ ਸਕਦਾ। ਕਬੀਰ ਮਾਏ ਮੁੰਡੋ ਤਿਹ ਗੁਰੂ ਕੀ, ਉਸ ਗੁਰੂ ਦੀ ਮਾਂ ਦਾ ਸਿਰ ਮੁੰਨ ਦੇਣਾ ਚਾਹੀਦਾ, ਕਿਉਂਕਿ ਇਹੋ ਜਿਹਾ ਨਿੱਜ ਉਹਨੇ ਕਿਉਂ ਜੰਮਿਆ ਹੈ। ਚੇਲੇ ਤਾਂ ਬਣਾ ਲੈ ਪਰ ਉਹਨਾਂ ਦਾ ਭਰਮ ਹੀ ਨਿਵਰਤ ਨਹੀਂ ਕਰ ਸਕਦਾ। ਕੋਈ ਸਵਾਲ ਪੁੱਛਣ ਤੇ ਉਹਦਾ ਉੱਤਰ ਹੀ ਨਹੀਂ ਦੇ ਸਕਦਾ, ਕਾਹਦਾ ਗੁਰੂ ਹੈ। ਸੋ ਆਪ ਡੁੱਬੇ ਚੋਂ ਵੇਦ ਮੇ ਚੇਲੇ ਦੀਏ ਬਹਾਇਆ, ਆਪ ਡੁੱਬੇ ਤੇ ਚੇਲਿਆਂ ਨੂੰ ਉਸੇ ਰਾਹ ਪਾ ਦਿੱਤਾ। ਹੁਣ ਸਤਿਗੁਰੂ ਪੂਰਾ ਹੈ, ਗੁਰ ਪੂਰਾ ਮੇਰਾ ਗੁਰ ਪੂਰਾ, ਸਤਿਗੁਰੂ ਮੇਰਾ ਸਮਰੱਥ ਹੈ। ਸਾਹਿਬ ਜੀ ਆਖਿਆ ਭਲਿਓ ਦੱਸੋ, ਜਿਹਦੇ ਬਾਰੇ ਤੁਸੀਂ ਪੁੱਛੋਗੇ ਚੌਹਾਂ ਦੇ ਵਿੱਚੋਂ ਅਸੀਂ ਉਹਦੇ ਬਾਰੇ ਖੋਲ ਕੇ ਬਿਆਨ ਕਰ ਦਵਾਂਗੇ। ਸੁਨ ਸਿੱਖਨ ਪਾਖਿਓ ਜੇ ਚਾਰੋਂ ਜਿਮ ਬ੍ਰਿਤਾਂਤ ਹੋਏ ਤਥਾ ਉਚਾਰੋ। ਤੇ ਸੁਣ ਕੇ ਸਿੱਖਾਂ ਨੇ ਆਖਿਆ ਮਹਾਰਾਜ ਜੇ ਚਾਰੋਂ ਜਿਹੜੇ ਆਪ ਜੀ ਨੇ ਚਾਰ ਤਰ੍ਹਾਂ ਦੇ ਦੱਸੇ ਨਾ, ਸਿੱਖ ਕਹਿ ਲਵੋ, ਉਹਨਾਂ ਨੂੰ ਆਮ ਵਿਅਕਤੀ ਕਹਿ ਲਵੋ, ਜਾਂ ਕੁਛ ਵੀ ਕਹਿ ਲਓ, ਗੱਲ ਸਮਝਣ ਵਾਸਤੇ ਹੈ। ਸੋ ਜੋ ਵੀ ਆਪ ਜੀ ਨੇ ਦੱਸਿਆ ਹੈ ਚੌਹਾਂ ਦੀ ਅਵਸਥਾ ਬਾਰੇ, ਜਿਵੇਂ ਬਿਰਤਾਂਤ ਹੋਏ, ਉਹਨਾਂ ਦਾ ਜਿਸ ਤਰ੍ਹਾਂ ਦਾ ਵੀ ਬਿਰਤਾਂਤ ਵਾਰਤਾ ਹੁੰਦੀ, ਤਥਾ ਉਚਾਰੋ, ਉਸੇ ਤਰ੍ਹਾਂ ਸਾਨੂੰ ਉਚਾਰਨ ਕਰਕੇ ਦੱਸੋ, ਅਸੀਂ ਸਮਝ ਸਕੀਏ। ਕਹਿਣ ਲਾਗੇ ਤਿਸ ਕਾਲ ਜਿਮ ਇੱਕ ਹੋਤ ਮਹਾ ਮਹਿਪਾਲ। ਹੁਣ ਗੁਰੂ ਸਾਹਿਬ ਜੀ ਨੇ ਇੱਥੇ ਵੀ ਦ੍ਰਿਸ਼ਟਾਂਤ ਵਰਤਿਆ ਹੈ। ਦ੍ਰਿਸ਼ਟਾਂਤ ਦੇ ਕੇ ਸਤਿਗੁਰੂ ਪਾਤਸ਼ਾਹ ਜੀ ਸਮਝਾਉਣ ਲੱਗੇ, ਲਓ ਪ੍ਰੇਮੀਓ ਸੁਣੋ, ਜਿਵੇਂ ਕਿ ਮਹਿਪਾਲ ਰਾਜਾ ਹੋਵੇ, ਰਾਜਾ ਹੁੰਦਾ ਹੈ ਚਾਰ ਪ੍ਰਕਾਰ ਪ੍ਰਜਾ ਤਿਸ ਕੇਰੀ, ਇੱਕ ਤੋ ਖੇਤੀ ਕਰ ਹੈ ਕਨੇਰੀ। ਤੇ ਉਸ ਰਾਜੇ ਦੀ ਪ੍ਰਜਾ ਜਿਹੜੀ ਹੈ ਚਾਰ ਤਰ੍ਹਾਂ ਦੀ ਹੁੰਦੀ ਹੈ, ਭਾਵ ਉਹਦੇ ਰਾਜ ਚਾਰ ਤਰ੍ਹਾਂ ਦੇ ਲੋਕ ਹੋਣ। ਪਹਿਲੀ ਤਰ੍ਹਾਂ ਦੀ ਪ੍ਰਜਾ ਉਹ ਲੋਕ ਹੋਣ ਜਿਹੜੇ ਖੇਤੀਬਾੜੀ ਦਾ, ਕਿਰਸਾਨੀ ਦਾ ਕੰਮ ਕਰਦੇ ਹਨ। ਰਿਪ ਕੋ ਨਰ ਤੇਨੀ ਉਪਰ ਰਹਿ ਕਰ ਹੈ ਪਾਵਲੀ ਅਨਜੇਲ ਹੈ। ਤੇ ਜਿਹੜਾ ਨਿਰਪ ਰਾਜਾ ਨਾ, ਉਹਦਾ ਇੱਕ ਕਰਿੰਦਾ ਅਹਿਲਕਾਰ ਉਹਨਾਂ ਦੇ ਉੱਪਰ ਰਹਿੰਦਾ ਹੈ, ਪਹਿਰਾ ਦਿੰਦਾ ਹੈ। ਕਰੇ ਭਾਵਲੀ ਅਨਜੇਲ। ਜਦੋਂ ਫਸਲ ਪੱਕ ਜਾਂਦੀ ਪੁਰਾਣੇ ਸਮੇਂ ਦੇ ਵਿੱਚ ਐਸਾ ਹੁੰਦਾ ਸੀ ਕਿ ਉਹ ਖੇਤੀ ਜ਼ਮੀਨ ਸਾਰੀ ਜਿਹੜੀ ਸੀ ਰਾਜੇ ਦੀ ਸਮਝੀ ਜਾਂਦੀ ਸੀ, ਫਿਰ ਵੰਡ ਵਡਾਈ ਕੀਤੀ ਜਾਂਦੀ ਸੀ। ਜਿਹਨੇ ਖੇਤੀ ਬੀਜੀ ਹੋਵੇ, ਭਿਆਲ ਜਿਹੜਾ ਹੁੰਦਾ ਨਾ ਵਿੱਚ ਹਿੱਸੇਦਾਰ, ਉਹਨੂੰ ਭਿਆਲ ਕਹਿੰਦੇ ਹੁੰਦੇ ਸਨ। ਤੇ ਉਹ ਫਿਰ ਉਹਨੂੰ ਹਿੱਸਾ ਦੇ ਦਿੱਤਾ ਜਾਂਦਾ ਸੀ। ਉਸ ਅਨੁਸਾਰ ਕਰੇ ਭਾਵਲੀ ਅਨਜੇਲ ਹੈ। ਸੋ ਭਾਵਲੀ ਦਾ ਅਰਥ ਇੱਥੇ ਹੈ ਵੰਡਾਈ, ਜਿਹਦੀ ਭਿਆਲੀ ਹੋਵੇ, ਵਿੱਚ ਹਿੱਸਾ ਹੋਵੇ। ਤੇ ਜਿੰਨਾ ਕੁ ਕਹਿੰਦੇ ਉਸ ਰਾਜੇ ਦੇ ਮੁਕਰਰ ਕੀਤੇ ਹੋਏ ਉਸ ਅਹਿਲਕਾਰ ਨੇ ਜਿੰਨਾ ਕਿਰਸਾਨ ਦਾ ਹਿੱਸਾ ਬਣਦਾ ਉਹ ਵਿੱਚੋਂ ਦੇ ਦਿੰਦਾ, ਤੇ ਉਹ ਕਿਰਸਾਨ ਲੈ ਲੈਂਦਾ ਹੈ। ਸਦਾ ਮੁਹੱਸਿਲ ਬੰਟਹਿ ਦਾਨਾ, ਜੇ ਖਿਆਨਤ ਕੋ ਕਰ ਅਜਾਨਾ। ਮੁਹੱਸਲ ਅਰਬੀ ਦਾ ਸ਼ਬਦ ਹੈ। ਮੁਹੱਸਲ ਦਾ ਅਰਥ ਹੁੰਦਾ ਉਗਰਾਉਣ ਵਾਲਾ, ਇਕੱਠਾ ਕਰਨ ਵਾਲਾ, ਵੰਡਣ ਵਾਲਾ, ਵੰਡਾਵਾ। ਸੋ ਸਦਾ ਮੁਹੱਸਿਲ ਬੰਟੇ ਦਾਨਾ। ਵੇਖੋ
ਖੇਤੀ ਜਿਹੜੀ ਹੈ ਉਹ ਕਿਸਾਨ ਨੇ ਬੀਜੀ ਮੇਹ ਹਨੇਰੀਆਂ ਦੇ ਵਿੱਚ ਉਹਨੇ ਧਿਆਨ ਰੱਖਿਆ, ਰੱਖੇ ਮਿਹਨਤ ਕੀਤੀ, ਪਰ ਵੰਡ ਨਹੀਂ ਹੋ ਸਕਦਾ। ਵੰਡਾਵਾ ਕੋਈ ਹੋਰ ਹੈ, ਰਾਜੇ ਦਾ ਅਹਿਲਕਾਰ ਵੰਡਣ ਵਾਸਤੇ ਆਉਂਦਾ, ਉਹਨੂੰ ਮੁਹੱਸਲ ਕਹਿੰਦੇ ਨੇ। ਉਹ ਸਦਾ ਹੀ ਦਾਣਾ ਉਹ ਵੰਡਦਾ ਹੈ ਜੇ ਖਿਆਨਤ ਕੋ ਕਰੇ ਅਜਾਨਾ, ਤੇ ਜੇਕਰ ਕੋਈ ਅਣਜਾਣਪੁਣਾ ਕਰੇ ਕੋਈ ਕਿਸਾਨ ਰਾਜੇ ਦੀ ਇਮਾਨਤ ਦੇ ਵਿੱਚ ਖਿਆਨਤ ਕਰੇ, ਕਿਉਂਕਿ ਜ਼ਮੀਨ ਰਾਜੇ ਦੀ ਹੈ ਤੇ ਪ੍ਰਜਾ ਵੀ ਰਾਜੇ ਦੀ ਹੈ। ਉਹ ਜ਼ਮੀਨ ਰਾਜੇ ਨੇ ਕੇਵਲ ਖੇਤੀ ਕਰਨ ਵਾਸਤੇ ਦਿੱਤੀ, ਤੇ ਜੇਕਰ ਕੋਈ ਸਾਰੇ ਦਾ ਸਾਰਾ ਹੀ ਬੋਲ ਆਪਣੇ ਡਰਮਾਂ 'ਚ ਪਾ ਕੇ ਬਹਿ ਜਾਏ ਤੇ ਆਖੇ ਰਾਜੇ ਨੂੰ ਦਾਣਾ ਨਾ ਦੇਵਾਂ, ਤੇ ਫਿਰ ਰਾਜੇ ਦੇ ਕੋਲੋਂ ਕਿਵੇਂ ਨਾ ਉਹ ਸਜ਼ਾ ਦਾ ਹੱਕਦਾਰ ਹੋਵੇਗਾ, ਕਿਵੇਂ ਨਾ ਉਹ ਸਜ਼ਾ ਭੁਗਤੇਗਾ। ਸੋ ਜੇਕਰ ਉਹ ਰਾਜੇ ਦੀ ਇਮਾਨਤ ਦੇ ਵਿੱਚ ਖਿਆਨਤ ਕਰਨੀ ਕਰਦਾ ਹੈ ਤਾਂ ਫਿਰ ਸਾਹਿਬ ਕਹਿਣ ਲੱਗੇ, ਦੰਡ ਦੇ ਰੱਖੈ ਚੁਕ ਸਾਈ, ਹੋਇਓ ਅੰਨ ਸਭ ਲੇਹ ਬਟਾਈ। ਤੇ ਉਹ ਰਾਜੇ ਦਾ ਕਰਿੰਦਾ ਖਾਸ ਫਿਰ ਉਹਨੂੰ ਦੰਡ ਦਿੰਦਾ, ਕਿਉਂਕਿ ਉਹਦੇ ਕੋਲ ਅਧਿਕਾਰ ਹੁੰਦਾ ਹੈ। ਉਹਨੂੰ ਤਹਿਸੀਲਦਾਰ ਕਹਿ ਲਵੋ, ਵੱਡਾ ਅਹੁਦੇਦਾਰ ਕੋਈ ਕਹਿ ਲਵੋ, ਡੀਸੀ ਕਹਿ ਲਵੋ। ਸੋ ਉਹ ਦੰਡ ਦਿੰਦਾ, ਫਿਰ ਚੌਕਸੀ ਵੀ ਰੱਖਦਾ ਹੈ ਕਿ ਐਵੇਂ ਕਿਸਾਨ ਕੋਈ ਐਸੀ ਗਲਤੀ ਕਰਕੇ ਤੇ ਐਵੇਂ ਰਾਜੇ ਕੋਲੋਂ ਦੰਡ ਦਾ ਭਾਗੀ ਨਾ ਬਣੇ, ਕਿਉਂਕਿ ਜਾਣਪੁਣੇ 'ਚ ਕਈ ਐਸਾ ਕਰ ਦਿੰਦੇ ਨੇ। ਉਹ ਚੌਕਸੀ ਵੀ ਰੱਖਦਾ ਹੈ, ਸਾਵਧਾਨੀ ਵੀ ਰੱਖਦਾ ਹੈ। ਹੋਇਓ ਅੰਨ ਸਭ ਲੇਹ ਬਟਾਈ, ਜਿੰਨਾ ਅੰਨ ਪੈਦਾ ਹੋਇਆ ਹੋਵੇ ਖੇਤੀ ਦੇ ਵਿੱਚ ਉਹ ਸਾਰਾ ਵੰਡਾ ਲੈਂਦਾ ਹੈ, ਵੰਡ ਦਿੰਦਾ ਹੈ। ਦੀਏ ਪਟਾ ਲਿਖਾਏ ਚੁਕਾਵੇ, ਖਸ਼ਟ ਮਾਸ ਮਹਿ ਨ੍ਰਿਪ ਨਰ ਜਾਵੇ। ਪਹਿਲੇ ਪ੍ਰਕਾਰ ਦੇ ਉਹ ਸਮਝ ਲਵੋ ਕਿ ਜ਼ਮੀਨ ਤਾਂ ਰਾਜੇ ਦੀ ਹੈ, ਪਰ ਜਿਵੇਂ ਹਿੱਸੇ ਤੇ ਦਿੱਤੀ ਹੈ ਰਾਜੇ ਨੇ, ਉਹ ਸਮਝ ਲਵੋ ਹਿੱਸੇਦਾਰ ਨੇ ਕਿਸਾਨ ਵਿੱਚ। ਤੇ ਜੇਕਰ ਸਾਰਾ ਹੀ ਉਹ ਗੜਪੂ ਕਰਕੇ ਬਹਿ ਜਾਣ, ਮੱਲ ਮਾਰ ਲੈਣ, ਤੇ ਫਿਰ ਤਾਂ ਰਾਜੇ ਕੋਲੋਂ ਕੋਟੀ ਖਾਣਗੇ। ਇਹ ਪਹਿਲੇ ਤਰ੍ਹਾਂ ਦੇ ਲੋਕ ਹਨ। ਦੂਸਰੇ ਉਹਨੇ ਜਿਹਨਾਂ ਪਟਾ ਲਿਖਾਇਆ ਹੁੰਦਾ ਠੇਕੇ ਤੇ, ਸਮਝ ਲਵੋ ਕਿ ਠੇਕਾ ਦੇ ਦੇਣਾ, ਇਹਨੂੰ ਪਟਾ ਕਹਿ ਦਿੱਤਾ ਜਾਂਦਾ। ਜਾਂ ਫਿਰ ਪਟੇ ਦਾ ਸਮਾਂ ਹੁੰਦਾ ਹੈ 50 ਸਾਲ 100 ਸਾਲ ਵਾਸਤੇ। ਸੋ ਦੂਤੀਏ ਪਟਾ ਲਿਖਾਏ ਚੁਕਾਵੇ, ਦੂਸਰੇ ਉਹਨੇ ਜਿਹੜੇ 6 ਮਹੀਨਿਆਂ ਸਾਲ ਦਾ ਪਟਾ ਲਿਖਾ ਕੇ ਤੇ ਸਾਰਾ ਹਿਸਾਬ ਕਿਤਾਬ ਜਿਹੜਾ ਨਾ ਖਸ਼ਟ ਮਾਸ ਮੈਂ ਨ੍ਰਿਪ ਨਰ ਜਾਵੇ। 6 ਮਹੀਨਿਆਂ ਦੇ ਬਾਅਦ ਰਾਜੇ ਦਾ ਨਰ ਜਦੋਂ ਉਹਨਾਂ ਕੋਲ ਜਾਂਦਾ ਹੈ, ਕੋਈ ਅਹਿਲਕਾਰ ਉਹਨਾਂ ਕੋਲ ਜਾਂਦਾ ਹੈ, ਕਰਿਓ ਜੋ ਹੋਤ ਦੇਤ ਤਿਸ ਤਾਈ, ਅਪਰ ਚਿੰਤ ਚਿਤ ਧਰ ਹੈ ਨਾ ਕਾਈ। ਤੇ ਜੋ ਇਕਰਾਰ ਕੀਤਾ ਹੁੰਦਾ ਨਾ ਕਿ ਸਾਲ ਦੇ ਤਾਂ 6 ਮਹੀਨਿਆਂ ਦੇ ਅਸੀਂ ਇਹਨੇ ਦਾਣੇ ਦੇਵਾਂਗੇ ਜਾਂ ਇਹਨੇ ਪੈਸੇ ਦੇ ਦੇਵਾਂਗੇ, ਉਹ ਰਾਜੇ ਦੇ ਅਹਿਲਕਾਰ ਦੇ ਤਾਂ ਹੀ ਉਹ ਪੈਸੇ ਦੇ ਦਿੱਤੇ ਜਾਂਦੇ ਨੇ। ਕਰਿਓ ਜੋ ਹੋਤ ਜਿਹੜਾ ਇਕਰਾਰ ਕੀਤਾ ਹੁੰਦਾ, ਦੇਤ ਤਿਸ ਤਾਈ, ਉਹ ਅਹਿਲਕਾਰ ਤਾਂ ਹੀ ਦੇ ਦਿੱਤੇ ਜਾਂਦੇ ਨੇ। ਅਪਰ ਚਿੰਤ ਚਿਤ ਧਰੇ ਨਾ ਕਾਈ। ਤੇ ਫਿਰ ਉਹ ਕਿਸਾਨ ਜਿਹੜਾ ਹੁੰਦਾ ਨਾ, ਜਿਹਨੇ ਵਾਅਦਾ ਕੀਤਾ ਹੁੰਦਾ, ਉਹ ਫਿਰ ਕਿਸੇ ਤਰ੍ਹਾਂ ਦੀ ਚਿੰਤਾ ਫਿਕਰ ਆਪਣੇ ਮਨ 'ਚ ਨਹੀਂ ਧਾਰਨ ਕਰਦਾ, ਨਹੀਂ ਰੱਖਦਾ। ਤ੍ਰਿਤੀਏ ਨਰ ਸੋਗਾਤੀ ਜਾਨ, ਨ੍ਰਿਪ ਕੀ ਹੱਦ ਪਰ ਬਾਸਾ ਥਾਨ। ਤੇ ਤ੍ਰਿਤੀਏ ਤੀਜੇ ਪ੍ਰਕਾਰ ਦੇ ਲੋਕ ਉਹ ਜਾਣ ਲਓ ਜਿਹੜੇ ਸੁਗਾਤੀ ਲੋਕ ਹੁੰਦੇ ਨੇ। ਹੁਣ ਸੁਗਾਤੀ ਲੋਕ ਕੌਣ ਹੁੰਦੇ ਨੇ? ਸੁਗਾਤੀ ਕਹਿੰਦੇ ਸੁਗਾਤਾਂ ਭੇਜਣ ਵਾਲੇ, ਤੋਹਫੇ ਦੇਣ ਵਾਲੇ ਨੂੰ, ਜਿਹੜੇ ਜੀ ਹਜ਼ੂਰੀ ਕਰਦੇ ਨੇ। ਚੰਗਾ ਘੋੜਾ ਆਇਆ, ਚੰਗਾ ਬਾਲ ਹੈ, ਪਹਿਲਾਂ ਰਾਜੇ ਨੂੰ ਦੇਵੋ, ਜਿਹਨੂੰ ਕਹਿੰਦੇ ਮਹੀਨਾ ਭਰਨਾ। ਅੱਜ ਕੱਲ੍ਹ ਦੇ ਜਿਵੇਂ ਰਾਜਨੀਤਿਕ ਲੀਡਰ ਕਰਦੇ ਨਾ, ਕੋਈ ਤਹਿਸੀਲਦਾਰ ਹੋਵੇ ਜਾਂ ਕੋਈ ਪਟਵਾਰੀ ਹੋਵੇ, ਤੇ ਉਹ ਫਿਰ ਕਿਹਾ ਜਾਂਦਾ ਇਹਨਾਂ ਲੋਕਾਂ ਕੋਲੋਂ ਪੈਸਾ ਕਰੋ, ਸਾਨੂੰ ਮਹੀਨੇ ਦੇ ਇੰਨੇ ਦੇਣੇ ਹਨ। ਤੇ ਉਹ ਫਿਰ ਜਿਹੜੇ ਵੱਡੇ ਵੱਡੇ ਅਫਸਰ ਨੇ ਉਹ ਸਗਾਤਾਂ ਲੈ ਕੇ ਜਾਂਦੇ ਨੇ ਆਪਣੇ ਵੱਡੇ ਅਫਸਰ ਦੇ ਕੋਲ, ਤੇ ਵੱਡਾ ਅਫਸਰ ਵੀ ਖੁਸ਼, ਨਾਲੇ ਉਹਨਾਂ ਦਾ ਢਿੱਡ ਭਰਦਾ ਹੈ। ਸੋ ਤੀਜੇ ਪ੍ਰਕਾਰ ਦੇ ਉਹ ਜਾਣ ਲਵੋ ਜਿਹੜੇ ਸੁਗਾਤਾਂ ਤੋਹਫੇ ਦੇਣ ਵਾਲੇ ਨੇ। ਨ੍ਰਿਪ ਕੀ ਹੱਦ ਪਰ ਵਾਸਾ ਥਾਨ, ਰਾਜੇ ਦੀ ਹੱਦ ਦੀ ਥਾਂ ਤੇ ਉਹ ਵਾਸਾ ਕਰਦਾ ਹੈ। ਉਹ ਵੀ ਰਾਜੇ ਦੇ ਰਾਜ ਵਿੱਚ ਹੀ ਰਹਿੰਦਾ ਹੈ, ਪਰ ਉਹ ਕੋਈ ਨਾ ਕੋਈ ਸਗਾਤ ਦੇ ਛੱਡਦਾ, ਜਿਹਨੂੰ ਕਹਿੰਦੇ ਬੁਰਕੀ ਸੁੱਟਣੀ ਪੰਜਾਬੀ ਵਿੱਚ। ਉਹ ਕੋਈ ਨਾ ਕੋਈ ਬੁਰਕੀ ਰਾਜੇ ਨੂੰ ਪਾ ਛੱਡਦਾ ਹੈ। ਬਾਜੀ ਬਾਜ ਆਤ ਸੁਗਾਤ, ਭੇਜਹਿ ਨ੍ਰਿਪ ਟਿਕ ਨਿਤ ਹਰ ਖਾਤ। ਬਾਜੀ ਤੇ ਬਾਜ, ਕੋਈ ਬਾਜੀ ਚੰਗੀ ਘੋੜੀ, ਬਾਜ ਕੋਈ ਚੰਗਾ ਘੋੜਾ, ਆਦਿਕ ਜਿਹੜੀਆਂ ਸੁਗਾਤਾਂ ਤੋਹਫੇ ਨੇ ਉਹ ਭੇਜੇ ਨ੍ਰਿਪ ਟਿਕ, ਰਾਜੇ ਦੇ ਪਾਸ ਘੱਲ ਦਿੰਦਾ। ਤੇ ਜਿਸ ਕਰਕੇ ਨਿਤ ਹਰ ਖਾਤ, ਰਾਜਾ ਵੀ ਹਮੇਸ਼ਾ ਖੁਸ਼ ਹੀ ਰਹਿੰਦਾ, ਤੇ ਨਾਰਾਜ਼ ਨਹੀਂ ਹੁੰਦਾ।
ਰਾਜੇ ਨੂੰ ਪਤਾ ਹੁੰਦਾ ਕਿ ਕੋਈ ਨਾ ਕੋਈ ਸਗਾਤ ਆਉਂਦੀ ਰਹਿੰਦੀ, ਨਹੀਂ ਤੇ ਫਿਰ ਉਹ ਆਪਣੀ ਆਪ ਹੀ ਸਿਫਾਰਿਸ਼ ਕਰ ਦਿੰਦਾ ਜੀ ਫਲਾਨੀ ਚੀਜ਼ ਭੇਜੋ, ਅੱਜ ਫਲਾਨੀ ਚੀਜ਼ ਖਾਣ ਨੂੰ ਜੀ ਕਰਦਾ ਹੈ। ਸੋ ਉਹ ਲੋਕ ਜਿਹੜੇ ਨੇ ਇਸ ਤਰ੍ਹਾਂ ਦਾ ਕੰਮ ਕਰਨ ਵਾਲੇ ਕੋਈ ਨਾ ਕੋਈ ਸੁਗਾਤ, ਕੋਈ ਨਾ ਕੋਈ ਤੋਹਫਾ ਭੇਜ ਦਿੰਦੇ ਨੇ ਮਾਲਕ ਦੇ ਕੋਲ, ਤੇ ਮਾਲਕ ਖੁਸ਼ ਹੁੰਦਾ ਹੈ। ਸੋ ਇਸ ਤਰ੍ਹਾਂ ਫਿਰ ਉਹਨਾਂ ਦਾ ਕੰਮ ਚੱਲਦਾ ਰਹਿੰਦਾ ਹੈ। ਚੌਥੇ ਪ੍ਰਕਾਰ ਦੇ ਕਿਹੜੇ ਨੇ ਉਹਨਾਂ ਬਾਰੇ ਵੀ ਸਾਹਿਬਾਂ ਨੇ ਇੱਕ ਦ੍ਰਿਸ਼ਟਾਂਤ ਦਿੱਤਾ ਤੇ ਸਮਝਾਇਆ ਹੈ ਕਿ ਕਿਵੇਂ ਮਨੁੱਖ ਦੇ ਪਾਪ ਤੇ ਪੁੰਨ ਪਰਖੇ ਜਾਂਦੇ ਨੇ। ਪਾਪਾਂ ਤੇ ਪੁੰਨਾਂ ਅਨੁਸਾਰ ਕਿਵੇਂ ਫਿਰ ਮਨੁੱਖ ਨੂੰ ਸਜ਼ਾ ਭੁਗਤਾਈ ਜਾਂਦੀ ਹੈ। ਪਾਪੀ ਤੇ ਪੁੰਨੀ ਜੋ ਜੀਵ ਜਿਵੇਂ ਜਿਹੋ ਜਿਹੇ ਕੋਈ ਕਰਮ ਕਰਦਾ ਹੈ, ਸੋ ਪਾਪੀ ਪੁੰਨੀ ਅੱਖ ਨਾਹੀ ਕਰ ਕਰ ਕਰਨਾ ਲਿਖ ਰਿਹਾ। ਇਹ ਕੇਵਲ ਨਾਂ ਨਹੀਂ ਹਨ, ਸਾਹਿਬ ਕਹਿੰਦੇ ਕਿ ਜੀ ਇਹ ਪਾਪੀ ਪੁੰਨੀ, ਇਹ ਸਾਰਾ ਕੁਛ ਹੈ। ਬੰਦਾ ਸਭ ਕੁਛ ਕੀਤੇ ਕਰਮਾਂ ਦਾ ਲੇਖਾ ਹਿਸਾਬ ਕਿਤਾਬ ਲਿਖ ਕਰਕੇ ਜਾਂਦਾ ਹੈ। ਸਭਨਾ ਕਾ ਦਰ ਲੇਖਾ ਹੋਏ, ਕਰਨੀ ਬਾਝੋਂ ਤਰੇ ਨਾ ਕੋਏ। ਸੋ ਮਾਲਕ ਦੇ ਦਰ ਘਰ ਵਿੱਚ ਸੁਸ਼ੁਭ ਕਰਤੂਤ ਤੋਂ ਬਿਨਾਂ ਨਹੀਂ ਤਰਿਆ ਜਾ ਸਕਦਾ। ਸੋ ਜਿਵੇਂ ਭਾਈ ਸਾਹਿਬ ਜੀ ਅੱਗੇ ਸੁਣਾਉਣਗੇ ਸੁਣਾਂਗੇ। ਇੱਥੋਂ ਤੱਕ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫੀ ਸਤਿਗੁਰੂ ਪਾਤਸ਼ਾਹ ਜੀ, ਸਤਿਗੁਰੂ ਜੀ ਦੀ ਸੰਗਤ ਬਖਸ਼ਣਹਾਰ ਜੀ ਬਖਸ਼ ਲੈਣਾ। ਅੱਗੇ ਵਾਸਤੇ ਸਮਤ ਬਖਸ਼ਣੀ, ਕਿਰਪਾ ਕਰਨੀ ਜੀ। ਅੰਤਲੀਆਂ ਪੰਕਤੀਆਂ ਪੜ੍ਹਦਿਆਂ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦਿਆਂ ਸਮਾਪਤੀ ਹੈ ਜੀ। ਤ੍ਰਿਤੀਏ ਨਰ ਸੋਗਾਤੀ ਜਾਨ, ਨਿਰਪ ਕੇ ਹੱਥ ਪਰ ਵਾਸਾ ਥਾਨ। ਬਾਜੀ ਬਾਜ ਆਦ ਸੋਗਾਤ, ਭੇਜੇ ਨਿਰਪ ਟਿਕ ਨਿਤ ਹਰ ਖਾਤ। ਵਾਹਿਗੁਰੂ
ਹੈ ਪਾਰ ਬ੍ਰਹਮ ਆਪਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਪੰਜਨ ਗੁਣਤਾਸ ਹੈ ਸੰਗੀ ਹੈ ਨਿਰੰਕਾਰ ਨਿਰਗੁਣ ਸਭ ਟੇਕੋ ਹੈ ਗੋਬਿੰਦ ਹੈ ਗੁਣ ਨਿਦਾਨ ਜਾ ਕੈ ਸਦਾ ਪਵੇਕੋ ਹੈ ਅਪਰੰਪਰ ਹਰ ਹਰੇ ਪੀ ਹੋਵਨ ਹਾਰ ਹੈ ਸੰਤ ਕੈ ਸਦਾ ਸੰਗ ਨਿਧਾਰਾ ਆਧਾਰ ਹੈ ਠਾਕੁਰ ਹਉ ਦਾਸ ਰੋ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਾਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜ੍ਹੈ ਸੋ ਉਤਰੈ ਪਾਰ ਜੋ ਸ਼ਰਦਾ ਕਾਰ ਸੇਵੰਦੇ ਗੁਰ ਪਾਰ ਉਤਾਰਨ ਹਾਰ ਜੋ ਸ਼ਰਦਾ ਕਾਰ ਸੇਵੰਦੇ ਗੁਰ ਪਾਰ ਉਤਾਰਨ ਹਾ